चलो भाई सत श्री अकाल सारिਆਂ ਨੂੰ गुड आफ्टरनून। ਅੱਜ ਥੋੜਾ ਜਿਹਾ ਟਾਈਮਿੰਗ ਲੇਟ ਪਾਈ ਸੀ ਸੋ ਹੋਪ ਸੋ ਤੁਹਾਨੂੰ ਪਤਾ ਲੱਗ ਗਿਆ ਹੋਣਾ। ਅੱਜ ਦਾ ਟੌਪਿਕ ਜਿਹੜਾ ਹੈ ਸਾਡਾ ਉਹ ਬੜਾ ਇੰਪੋਰਟੈਂਟ, ਬੜਾ ਵੈਲਿਊਏਬਲ ਔਰ ਬੜਾ ਹੀ ਸੌਖਾ। ਮੈਨੂੰ ਲੱਗਦਾ ਜਿੰਨੇ ਵੀ ਤੁਸੀਂ ਪੋਲੀਟੀਕਲ ਸਾਇੰਸ ਦੇ 5-7 ਕੋਈ ਆਸਾਨ ਜਿਹੇ ਟੌਪਿਕ ਪੜ੍ਹਦੇ ਹੋ ਔਰ ਜਿਹੜਾ ਕਿ ਬਿਲਕੁਲ ਲੌਜੀਕਲ ਹੈ, ਪੁਆਇੰਟ ਟੂ ਪੁਆਇੰਟ ਹੈ, ਜਿਹੜਾ ਪੁਆਇੰਟ ਪੜੋਗੇ ਕੁਐਸਚਨ ਬਣੂਗਾ, ਇੰਨੀ ਚੀਜ਼ ਹੈ। ਸੋ ਇਹ ਸਾਡਾ ਟੌਪਿਕ ਹੈ ਜਿਹਦਾ ਨਾਮ ਹੈ ਜੀ ਪਾਰਲੀਮੈਂਟ ਸੰਸਦ। ਪਾਰਲੀਮੈਂਟ ਸੰਸਦ ਇਹਦੇ ਚ ਆਰਟੀਕਲ ਇੰਪੋਰਟੈਂਟ ਰਹਿਣਗੇ ਔਰ 15 ਕੁ ਪੁਆਇੰਟ ਜਿਹੜੇ ਕਿ ਰਿਪੀਟਡਲੀ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਉਹ ਇੰਪੋਰਟੈਂਟ ਰਹਿਣਗੇ। ਸਭ ਤੋਂ ਪਹਿਲਾਂ ਸੰਸਦ ਚੀਜ਼ ਕੀ ਹੈ ਇਹਦੇ ਬਾਰੇ ਅਸੀਂ ਥੋੜੀ ਜਿਹੀ ਜਾਣਕਾਰੀ ਲੈਣੀ ਹੈ। ਸਾਨੂੰ ਪਤਾ ਹੈ ਕਿ ਸਾਡੇ ਦੇਸ਼ ਦਾ ਸਿਸਟਮ 3 ਆਰਗਨ ਦੇ ਆਧਾਰ ਤੇ ਚਲਾਇਆ ਜਾਂਦਾ ਹੈ, ਜਿਹੜਾ ਕਿ ਆਪਾਂ ਆਲਮੋਸਟ ਹਰ ਕਲਾਸ ਦੇ ਵਿੱਚ ਡਿਸਕਸ ਕਰਦੇ ਹਾਂ। ਇੱਕ ਸਾਡੇ ਕੀ ਹੈ ਵਿਧਾਨ ਪਾਲਿਕਾ, ਦੂਜਾ ਸਾਡੇ ਕੀ ਹੈ ਕਾਰਜਪਾਲਿਕਾ ਤੇ ਤੀਜਾ ਸਾਡੇ ਕੀ ਹੈ ਨਿਆਂਪਾਲਿਕਾ। ਇਹਨਾਂ ਤਿੰਨਾਂ ਹੀ ਆਰਗਨ ਦੇ ਬੇਸਿਸ ਤੇ ਕੇਂਦਰ ਸਰਕਾਰ ਚੱਲਦੀ ਹੈ, ਤਿੰਨਾਂ ਹੀ ਆਰਗਨ ਦੇ ਬੇਸਿਸ ਤੇ ਰਾਜ ਸਰਕਾਰਾਂ ਕੰਮ ਕਰਦੀਆਂ ਨੇ। ਅੱਜ ਦਾ ਜਿਹੜਾ ਸਾਡਾ ਟੌਪਿਕ ਪੜ੍ਹਨ ਵਾਲਾ ਹੋਊਗਾ ਉਹ ਹੋਊਗਾ ਅਬਾਊਟ ਵਿਧਾਨ ਪਾਲਿਕਾ। ਵਿਧਾਨ ਪਾਲਿਕਾ ਦਾ ਕੰਮ ਕੀ ਹੈ ਸਾਡੇ ਦੇਸ਼ ਦੇ ਵਿੱਚ? ਕਾਨੂੰਨ ਨੂੰ ਬਣਾਉਣਾ। ਆਪਾਂ ਪਹਿਲਾਂ ਵੀ ਪੜ੍ਹਿਆ ਕਿ ਕਾਨੂੰਨ ਬਣਾਉਣਾ ਕੰਮ ਕਿਹਦਾ ਹੁੰਦਾ ਹੈ? ਸਾਡੇ ਦੇਸ਼ ਦੀ ਵਿਧਾਨ ਪਾਲਿਕਾ ਦਾ ਹੁੰਦਾ ਹੈ। ਜੇ ਆਪਾਂ ਗੱਲ ਕਹੀਏ ਵਿਧਾਨ ਪਾਲਿਕਾ ਬਾਡੀ ਦਾ ਨਾਂ ਆਪਾਂ ਕੀ ਰੱਖਿਆ ਸਾਡੇ ਦੇਸ਼ ਦੇ ਵਿੱਚ? ਸੰਸਦ ਰੱਖਿਆ। ਹਰੇਕ ਜਗ੍ਹਾ ਤੇ ਹਰੇਕ ਦੇਸ਼ ਦੇ ਵਿੱਚ ਪਾਰਲੀਮੈਂਟ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈਗਾ। ਆਪਾਂ ਜਿਹੜਾ ਨਾਂ ਰੱਖਿਆ ਉਹ ਸੰਸਦ ਰੱਖਿਆ ਔਰ ਇਹ ਕਨਸੈਪਟ ਜੋ ਆਪਾਂ ਸੰਸਦ ਦਾ ਕਾਪੀ ਕੀਤਾ ਇਹ ਕਿਹੜੀ ਜਗ੍ਹਾ ਤੋਂ ਕਾਪੀ ਕੀਤਾ? ਇੰਗਲੈਂਡ ਤੋਂ ਕਾਪੀ ਕੀਤਾ ਹੈਗਾ। ਮਤਲਬ ਅਸੀਂ ਆਪਣੇ ਦੇਸ਼ ਦੇ ਵਿੱਚ ਸੰਸਦ ਉਹੇ ਜਿਹੀ ਲੈ ਕੇ ਆਏ ਆ ਜਿਹੜੀ ਕਿ ਇੰਗਲੈਂਡ ਦੇ ਵਿੱਚ ਸੰਸਦ ਆ ਉਹਦੇ ਨਾਲ ਮਿਲਦੀ ਜੁਲਦੀ। ਕੀ ਨੇਚਰ ਤਾਂ ਆਪਣਾ ਇੰਗਲੈਂਡ ਵਾਲੀ ਸੰਸਦ ਨਾਲ ਮਿਲਦਾ ਹੈ, ਜੇ ਕੋਈ ਇੱਕ ਅੱਧਾ ਪੁਆਇੰਟ ਵੱਖਰਾ ਜਿਹੜਾ ਕਿ ਸਾਡਾ ਹੋਰ ਹੈ ਉੱਥੇ ਹੋਰ ਹੈ ਉਹ ਕੀ ਹੈ ਉਹਦੇ ਬਾਰੇ ਆਪਾਂ ਦੇਖੀਏ। ਸਭ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਪੁਆਇੰਟ, ਸਾਡੀ ਜਿਹੜੀ ਸੰਸਦ ਇੰਗਲੈਂਡ ਤੋਂ ਲਿਆਂਦੀ ਆ ਉਹਦਾ ਇਹ ਨੇਚਰ ਆਇਆ ਹੈ ਕਿ ਜਿਹੜੀ ਸਾਡੀ ਸੰਸਦ ਹੈ ਉਹ ਕਿੰਨੇ ਸਦਨੀ ਹੋਊਗੀ? 2 ਸਦਨੀ ਹੋਊਗੀ। ਬਾਈ ਕੈਮਰਲ ਸਿਸਟਮ ਹੈ ਜਿਹੜਾ ਕਿ ਐਜ਼ ਇਟ ਇਜ਼ ਕਿਹਦਾ ਕਾਪੀ ਕੀਤਾ? ਆਪਾਂ ਨੇ ਇੰਗਲੈਂਡ ਦਾ ਕਾਪੀ ਕੀਤਾ। 2 ਸਦਨੀ ਹੋਣ ਦਾ ਭਾਵ ਇੱਕ ਤੁਹਾਡੇ ਉੱਪਰਲਾ ਸਦਨ ਹੈ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਰਾਜ ਸਭਾ, ਇੱਕ ਤੁਹਾਡੇ ਹੇਠਲਾ ਸਦਨ ਹੈ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਲੋਕ ਸਭਾ, ਔਰ ਦੋਨਾਂ ਦਾ ਹੀ ਹੋਣਾ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਰੂਰੀ ਹੈ। ਇਹ ਚੀਜ਼ ਧਿਆਨ 'ਚ ਰੱਖਣੀ ਹੈ। ਅਗਲਾ ਪੁਆਇੰਟ ਆਪਾਂ ਕੀ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਸੰਸਦ ਦੇਖੀਏ, ਸੰਸਦ ਦੇ 2 ਸਦਨ ਨੇ, ਲੋਕ ਸਭਾ ਤੇ ਰਾਜ ਸਭਾ। ਤੀਜਾ ਆਰਗਨ ਆਪਾਂ ਆਪਣੀ ਸੰਸਦ ਦਾ ਕਿਹਨੂੰ ਮੰਨਦੇ ਹਾਂ? ਰਾਸ਼ਟਰਪਤੀ ਨੂੰ। ਇਹ ਵੀ ਇੱਕ ਇੰਪੋਰਟੈਂਟ ਫੀਚਰ ਹੈ ਜਿਹੜੀ ਅਸੀਂ ਇੰਗਲੈਂਡ ਦੇ ਸੰਵਿਧਾਨ ਤੋਂ ਕਾਪੀ ਕੀਤੀ ਹੈ ਕਿ ਰਾਸ਼ਟਰਪਤੀ ਸਾਡੀ ਪਾਰਲੀਮੈਂਟ ਦਾ ਇੱਕ ਇੰਪੋਰਟੈਂਟ ਹਿੱਸਾ ਰਹੂਗਾ। ਜਦੋਂ ਕੋਈ ਵੀ ਕਾਨੂੰਨ ਬਣੂਗਾ, ਕੋਈ ਵੀ ਬਿੱਲ ਪਾਸ ਹੋਊਗਾ, ਉਹ ਓਨਾ ਸਮਾਂ ਇੰਪਲੀਮੈਂਟ ਨਹੀਂ ਹੋਊਗਾ ਜਿੰਨਾ ਸਮਾਂ ਰਾਸ਼ਟਰਪਤੀ ਉਹਦੇ ਤੇ ਸਾਈਨ ਨਹੀਂ ਕਰ ਦਿੰਦਾ। ਸੋ ਰਾਸ਼ਟਰਪਤੀ ਦੀ ਭੂਮਿਕਾ ਸਾਡੀ ਸੰਸਦ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰਹਿੰਦੀ ਹੈ। ਜੇ ਆਪਾਂ ਇੰਗਲੈਂਡ ਨਾਲ ਮੈਚ ਕਰਕੇ ਦੇਖੀਏ ਉੱਥੇ ਵੀ ਸੇਮ ਹੈ। ਉੱਥੇ ਵੀ ਜਿੰਨਾ ਸਮਾਂ ਮੋਨਾਰਕੀ ਸਾਈਨ ਨਹੀਂ ਕਰਦੀ, ਕੋਈ ਕਿੰਗ ਹੈ ਕੁਈਨ ਹੈ ਸਾਈਨ ਨਹੀਂ ਕਰਦਾ, ਉਹਨਾਂ ਸਮਾਂ ਕਿਸੇ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾਂਦਾ। ਅਗਲਾ ਪੁਆਇੰਟ, ਜੇ ਆਪਾਂ ਕਹੀਏ ਜਿਹੜੀ ਸਾਡੀ ਸੰਸਦ ਹੈ ਇਹਦਾ ਕਨਸੈਪਟ, ਇਹਦਾ ਮਿਲਦਾ ਜੁਲਦਾ ਕਨਸੈਪਟ ਬ੍ਰਿਟਿਸ਼ਰਸ ਲੈ ਆਏ ਸੀ। ਆਪਾਂ ਜਦੋਂ ਐਕਟ ਪੜ੍ਹਦੇ ਹਾਂ, ਇਤਿਹਾਸਕ ਪਿਛੋਕੜ ਪੜ੍ਹਦੇ ਹਾਂ, ਉਹਦੇ ਵਿੱਚ ਆਪਾਂ ਭਲੀ ਭਾਂਤੀ ਇਹ ਚੀਜ਼ ਨੂੰ ਸਮਝਿਆ ਕਿ ਕਿਵੇਂ ਸਾਡੇ ਦੇਸ਼ ਦੇ ਵਿੱਚ ਕੇਂਦਰੀਕਰਨ ਹੋਇਆ, ਫਿਰ ਕਿਵੇਂ ਸਾਡੇ ਦੇਸ਼ ਦੇ ਵਿੱਚ ਵਿਕੇਂਦਰੀਕਰਨ ਹੋਇਆ, ਕਿਵੇਂ ਸਾਡੇ ਦੇਸ਼ ਦੇ ਵਿੱਚ ਉੱਪਰਲਾ ਸਦਨ ਹੇਠਲਾ ਸਦਨ ਵਿਧਾਨ ਪਾਲਿਕਾਵਾਂ ਨੂੰ ਸਟੇਟ ਤੇ ਕੇਂਦਰ ਪੱਧਰ ਤੇ ਕ੍ਰੀਏਟ ਕੀਤਾ ਗਿਆ। ਇਹਦੀ ਹਿਸਟਰੀ ਤੋਂ ਅਸੀਂ ਜਾਣੂ ਆ। ਇੱਕ ਤਾਂ ਇਹ ਕਹਿ ਲਓ ਕਿ ਅਸੀਂ ਇੰਗਲੈਂਡ ਵਾਲੀ ਸੰਸਦ ਦਾ ਸਿਸਟਮ ਕਿਉਂ ਲੈਂਦਾ ਆਪਣੇ ਦੇਸ਼ ਦੇ ਵਿੱਚ। ਇੱਕ ਪੁਆਇੰਟ ਤਾਂ ਇਹ ਵੀ ਅਸੀਂ ਫੈਮੀਲੀਅਰ ਸੀ ਪਿਛਲੇ 100-150 ਸਾਲ ਦੇ ਵਿੱਚ ਜਿਹੜੇ ਬ੍ਰਿਟਿਸ਼ ਸਾਡੇ ਤੇ ਰਾਜ ਕਰ ਰਹੇ ਸੀ ਉਹਨਾਂ ਦਾ ਕਨਸੈਪਟ ਦੇ ਨਾਲ ਅਸੀਂ ਬੜੇ ਫੈਮੀਲੀਅਰ ਸੀ, ਸਾਨੂੰ ਚੰਗਾ ਲੱਗਿਆ ਸੀ ਲੈ ਆਂਦਾ। ਠੀਕ ਹੈ ਜੀ। ਦੂਜੀ ਗੱਲ ਕੀ ਹੈਗਾ ਕਿ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰੀਏ, ਸੰਸਦ ਵਾਲਾ ਸਿਸਟਮ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇੰਪਲੀਮੈਂਟ ਹੁੰਦਾ ਹੈ ਇਹੋ ਜਿਹੇ ਡੈਮੋਕ੍ਰੇਟਿਕ ਦੇਸ਼ ਦੇ ਵਿੱਚ ਜਿਹੜਾ ਭਾਰਤ ਵਰਗਾ, ਜਿੱਥੇ ਭਿੰਨਤਾ ਮਿਲਦੀ ਹੈ, ਟੇਸਟ ਡਿਫਰੈਂਟ ਚੀਜ਼ਾਂ ਨਹੀਂ, ਡਾਇਵਰਸਿਟੀ ਆ ਉੱਥੇ। ਸੋ ਸਾਡੇ ਦੇਸ਼ ਦੇ ਵਿੱਚ ਸੰਸਦ ਆਈ ਇੰਗਲੈਂਡ ਤੋਂ, 2 ਸਦਨੀ ਇੰਗਲੈਂਡ ਵਾਲਾ ਸਿਸਟਮ ਅਸੀਂ ਸੰਸਦ ਦੇ ਵਿੱਚ ਐਜ਼ ਇਟ ਇਜ਼ ਲਿਆਂਦਾ। ਔਰ ਸਭ ਤੋਂ ਇੰਪੋਰਟੈਂਟ ਪੁਆਇੰਟ, ਰਾਸ਼ਟਰਪਤੀ ਸਾਡੀ ਸੰਸਦ ਦਾ ਇੱਕ ਅੱਛਾ ਪਾਰਟ ਹੋਊਗਾ, ਅੱਛਾ ਰੋਲ ਪਲੇ ਕਰੂਗਾ। ਇੱਥੇ ਰਾਸ਼ਟਰਪਤੀ ਕਿਸੇ ਫਾਰਮੈਲਿਟੀ ਦੇ ਨਹੀਂ ਬੈਠਾ ਹੈਗਾ। ਨਾਰਮਲ ਅਸੀਂ ਪੜ੍ਹਦੇ ਹਾਂ ਰਾਸ਼ਟਰਪਤੀ ਨਾਮਾਤਰ ਦਾ ਮੁਖੀਆ, ਪਰ ਸੰਸਦ ਦੇ ਵਿੱਚ ਉਹ ਬਹੁਤ ਵੱਡਾ ਰੋਲ ਪਲੇ ਕਰਦਾ ਹੈ, ਸਿਰਫ ਨਾਮਾਤਰ ਦਾ ਰੋਲ ਪਲੇ ਨਹੀਂ ਕਰਦਾ। ਆਪਾਂ ਰਾਸ਼ਟਰਪਤੀ ਦਾ ਟੌਪਿਕ ਕੀਤਾ, ਉਹ 'ਚ ਆਪਾਂ ਵੀਟੋ ਪਾਵਰ ਪੜ੍ਹੀ ਹੈ। ਕਿਸੇ ਵੀ ਬਿੱਲ ਨੂੰ ਲੈ ਕੇ ਰਾਸ਼ਟਰਪਤੀ ਡਾਇਰੈਕਟ ਮਨਾ ਕਰ ਸਕਦਾ ਬਿਨਾਂ ਕਿਸੇ ਰੀਜ਼ਨ ਦਿੱਤੇ, ਐਬਸੋਲੂਟ ਵੀਟੋ ਹੈ। ਬਿਨਾਂ ਕਿਸੇ ਕਾਰਨ ਦਿੱਤੇ ਆਪਦੇ ਕੋਲ ਅਣਮਿੱਥੇ ਸਮੇਂ ਲਈ ਬਿੱਲ ਰੱਖ ਸਕਦਾ ਹੈ।
ਵੀਟੋ ਪਾਵਰ है। सो राष्ट्रपति जिन्ना समा बिल का कोई इधर उधर पासा नहीं करता उन्ना समा बिल कानून नहीं बनूगा। ये चीज जरूरी है, चाहे दोवें सदनां दे विच बहुमती क्यों ना मिला होवे बिल नूं, ये चीज जरूरी है। हुण इत्थे एक इंपॉर्टेंट पार्ट है कि साडी संसद ते इंग्लैंड दी संसद दे विच वखरापन कित्थे दिखाई दिंदा है। ये तां होगी सिमिलैरिटी कि असीं दो सदन ही ले आए, राष्ट्रपति साडा अंग है, इहो जिहा सिस्टम असीं भारत च ले आए। एक बड़ा वड्डा वखरापन सानू साडी संसद ते इंग्लैंड दी संसद दे विच मिलदा है, वो किहनूं लैके है? प्रभु सत्ता नूं लैके है। किवें? जिहड़ी तां भारती संसद है ओह प्रभु सत्ता संपन्न नहीं हैगी, याद रखोगे। पर जिहड़ी इंग्लैंड दी संसद है वो सिंपली प्रभु सत्ता संपन्न हैगी है। की फर्क है? की इहदा मतलब है? जे आपां देखीए प्रभु सत्ता शब्द जो आप देखते हैं, मतलब की होंगे? प्रभु सत्ता शब्द का मतलब की है कि सारी पावर एक जगह पे इकट्ठी कर दो, किसी होर अथॉरिटी नूं, किसी होर पोजीशन नूं, उस पावर नूं बदलण दी कोई शक्ति ना हो। जो उस अथॉरिटी ने डिसीजन लै लिया वो आखिरी होवे, किसी होर अहुदे कोले, किसी होर कह लो कि अथॉरिटी कोले कोई शक्ति नहीं कि उसकी पावर बदली जाऊगी। जे असीं अपने भारत की गल करिए, मैं कहा भी साडी संसद प्रभु सत्ता संपन्न नहीं हैगी, इहदा मतलब साडे देश की संसद नूं सॉवरनिटी नहीं मिली हुई। इहदा की मतलब है? संसद का काम है कानून बनाउणा। जे कोई संसद कानून बना दिंदी है जो कि संविधानिक पक्खा तो सही नहीं हैगा, इहनूं असीं कित्थे जाके चैलेंज कर सकदे हां? सुप्रीम कोर्ट दे विच। और सुप्रीम कोर्ट संसद वल्लों बनाए गए किसी भी कानून ते स्टे ला सकदी है, कैंसल कर सकती है, रीकनसिडरेशन के लिए भेज सकती है। जे साडी संसद वालों बनाए गए कानून नूं सुप्रीम कोर्ट या किसी होर जगह ते जाके चैलेंज कर लिया, इट मीनस उहदे कोले प्रभु सत्ता संपन्न शक्ति नहीं हैगी। पर इंग्लैंड की संसद बिल्कुल इह तों वखरी है जी इस मामले नूं लैके। किवें? इंग्लैंड की संसद कोले प्रभु सत्ता संपन्न शक्ति हैगी है। जे इंग्लैंड की संसद कोई बिल बनाउंदी है, कोई बिल पास करती है, कानून बनाउंदी है, तो किसी भी अथॉरिटी, ईवन दो उत्थे जो भी लीगल सिस्टम है, उन्होंने कोई अधिकार नहीं कि इंग्लैंड की संसद वालों बनाए गए कानून नूं बदल दें। समझ लगी? सो बड़ा इंपॉर्टेंट कॉन्सैप्ट इत्थों निकलदा है कि भारत की ते इंग्लैंड की संसद दे विच फर्क की है। साडी संसद प्रभु सत्ता संपन्न नहीं हैगी, उत्थों वाली हैगी है। सिमिलैरिटी की है? दो सदनी है, साडे भी दो सदनी है। राष्ट्रपति मुख्य हिस्सा है, साडे की राष्ट्रपति मुख्य हिस्सा है। पॉइंट पता लग गया? क्लीयर हो गया? अगला पॉइंट, संसद शब्द का ओरिजिन कित्थों होया, निकलिया कित्थों है? कि पार्लियामेंट शब्द कह लो कि अंग्रेजी का या पार्लियामेंट शब्द हिंदी का या फिर किहड़ी भाषा का शब्द है? अक्सर थोड़े एग्जाम का टेस्ट है, कई बार थोनों किसी भाषा के शब्द बारे पूछा जाता है कि किहड़ी भाषा का शब्द है, जिवें आपां अक्सर विच करदे भी हुंदे। मैं तुहानूं फैडरल लैक्चरर केडर वाले नूं कराया सी, मैं दस्सिया सी, लैटिन भाषा का शब्द है। जे आपां संसद की गल करिए, संसद किहड़ी भाषा का शब्द है? फ्रांसीसी। संसद नहीं, असल दे विच पार्लियामेंट फ्रांसीसी शब्द भाषा का शब्द है, जिहड़ा लिखदे ना पार्लियामेंट, फ्रांसीसी भाषा का शब्द है, ये याद रखोगे। ठीक है? असल दे विच पार्लियामेंट का मतलब या पार्लियामेंट शब्द बनया कित्थों? पार्लर शब्द तो बनया। असल ओरिजिन शब्द की है? पार्लर है। ये अपने वाला पार्लर नहीं, ये फ्रांसीसी वाला पार्लर है। पार्लर का मतलब हुंदा है बोलना, बोल चाल करना। जे आपां इहनूं पंजाबी हिंदी दे विच कन्वर्ट करिए, पार्लर मीनस गल्लां करनियां, किसी मुद्दे ते डिस्कशनस करनियां। पार्लियामेंट उत्थों निकलदा सोधिया जांदा शब्द निकलिया साडे कोले पार्लियामेंट। संसद दे विच बैठ के असीं डिस्कशन करके वोटां पवा के कानून बनाउणे आ, तां ही करके आपां इहनूं की लिआगा? पार्लियामेंट लिया। सो ये सब तो पहला एक्सैप्ट इहनूं किहने कीता सी? बरतानवी सरकार ने एक्सैप्ट कीता सी कि हाँ जी फ्रांसीसी शब्द नूं असीं पार्लियामेंट दे थ्रू इंप्लीमेंट करांगे। मतलब सब तो पहला इंग्लैंड या बरतानवी जिहड़ा आपां कहदे ने ब्रिटेन, असल दे विच उन्हां नूं इस मूल शब्द की जानकारी हुई और उन्होंने पूरे वर्ल्ड की पॉलिटिक्स की डिक्शनरी दे विच एक शब्द एडअप किया, पार्लियामेंट की कोई चीज होगी। ठीक है? ਇਹਦਾ ओरिजिन है। जे आपां गल करिए साडी भारती संसद की, कोई सानू कोई वर्ल्ड लैवल ते पढ़न की लोड़ नहीं, असीं सिर्फ कंपैरिजन देखांगे माड़ा मोटा कि इंग्लैंड नाल असीं किन्ने क मिलदे जुलदे, क्योंकि असीं इंग्लैंड तो कॉपी करके लेके आए हैं। जे हुण आपां गल करिए साडी भारती संसद की, ਜਿਹੜੇ ब्रिटेन ਜਾਂ ब्रिटिशन सी, इन्हां ने जो भी सिस्टम अपने भारत दे विच चलाया वो चली गया। बट जिहड़ा साडा अज संसद है, एक गोलाकार भवन है, तुसीं उस बिल्डिंग दे इंटीरियर एक्सटीरियर तो जाणो, जिहड़ी वो बिल्डिंग बनी है, ਉਹਦਾ डिजाइन
किने तैयार किया है, प्रश्न थोनों पेपरां दे विच पूछे जाते हैं। दो अंग्रेज अधिकारी जो आर्कीटैक्ट सी जिन्हां ने साडी भारतीय संसद का डिजाइन तैयार किया है जो कि 1925 दे विच होया है, वो दो बंदे किहड़े किहड़े ने उन्हां दे नाम लिख लो। किहड़े किहड़े ने? एडवर्ड ते ल्यूटन्स। ज्यादातर थोनों एडवर्ड नाम मिलूगा। एडवर्ड ने संसद का आर्कीटैक्चर दिता सी, ल्यूटन्स ने राष्ट्रपति भवन का आर्कीटैक्चर दिता सी। पर कई बारी ल्यूटन्स ते एडवर्ड इकट्ठे लिख देंगे ने तो तुसी कंफ्यूज नहीं होना, सर एडवर्ड ते सर ल्यूटन्स, ठीक है। सो इन्हां ने साडी संसद का डिजाइन रेडी किया। वो जो आर्कीटैक्ट है तुहानूं पता ही है, डिजाइनिंग हुई है बिल्डिंग, वो इन्हां द्वारा तैयार की गई है। और उस तो भी इंपोर्टेंट पॉइंट हुण आपां आर्टिकल दे नाल संबंधित साडे संविधान दे विच किहड़ा आर्टिकल कहंदा कि संसद होगी। एक संविधानिक बॉडी है, काफी जगह ते तुहानूं लिखिया जाऊगा कि एक कॉन्स्टिट्यूशनल बॉडी है, एक नॉन कॉन्स्टिट्यूशनल बॉडी है, एक एक्सट्रा कॉन्स्टिट्यूशनल बॉडी है। उहदे च आपां डिस्कशन करांगे कि कॉन्स्टिट्यूशन बॉडी का मतलब की हुंदा है, नॉन कॉन्स्टिट्यूशन का मतलब की हुंदा है, एक्सट्रा कॉन्स्टिट्यूशनल का मतलब की हुंदा है। शब्दां दे अपने मतलब ने। जिहड़ी साडी संसद है कॉन्स्टिट्यूशनल बॉडी है, सिंपली इहदा साडे संविधान दे विच जिक्र किया गया कि होगी, किसी भी पक्ष नाल इहनूं असीं की नहीं कर सकते, हटा नहीं सकते। जे आपां गल करिए साडी भारतीय संसद का आर्टिकल किहड़ा हैगा 79। वेरी इंपोर्टेंट एंड वेरी ईजी क्वेश्चन। मैं तुहानूं दस्सिया सी जिहड़े चीज़ां जिहड़े क्वेश्चन ओरिजिन दे ने, राष्ट्रपति का आर्टिकल, उप राष्ट्रपति का आर्टिकल, संसद का आर्टिकल, लोक सभा, राज सभा, प्रधानमंत्री, कैबिनेट, डायरैक्ट आर्टिकल तुहानूं याद करने पैणगे। उस तो बाद जिहड़े मैं कराऊंगी वो करने पैणगे, जिहड़े इंपोर्टेंट ने मैं खुद भी स्किप कर देनी है। 79 आर्टिकल कहता कि भारत विच एक संसद होगी और भारतीय संसद दे 3 मुख ऑर्गन होंगे जिहड़े कि सानू पता है, लोक सभा, राज सभा ते तीजा कौन हुंदा है साडा राष्ट्रपति। राष्ट्रपति आर्टिकल 52 दे हेठ आउंदा है, आपां पढ़ चुके हैं। राज सभा आर्टिकल 80 दे हेठ आऊगी ते लोक सभा आर्टिकल 81। 79 आर्टिकल संसद, 80 आर्टिकल राज सभा, 81 आर्टिकल लोक सभा। इन्हां दे प्रबंध ने जिहड़े अड्ड अड्ड आर्टिकलों दे विच दित्ते होए ने। माड़ा जिहा मैं तुहाडे कमेंट्स पढ़ना, मैनूं लगदा तुसीं कमेंट्स कर रही हो। मैम सब आर्टिकल भी करवाए, सब आर्टिकल नहीं आते प्रिया, जिहड़े आणगे मैं तुहानूं करवा रखे ने। सब आर्टिकल्स आर लाइक 1911 बेकर्स, हाँ 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 बिल्कुल, एडबन बेकर्स, फ्रांस, लैटिन, लैटिन नहीं हैगा ये, फ्रांसीसी शब्द है, ठीक है बस ठीक है, वही आंसर कर रही हूँ। सब आर्टिकल्स इफ देयर आर सम इंपॉर्टेंट सब आर्टिकल्स मैं करा दिंदी हाँ, जिहड़े इंपॉर्टेंट नहीं हैगे वो आर्टिकल के चक्करां दे विच दो चीज़ां ने। आर्टिकल्स तो बिना पॉलिटी पढ़नी बहुत औखी है, पर आर्टिकल के चक्करां च ना पिओ। मैक्स एक पेपर दे विच 3 तो 4 आर्टिकल पूछे जाते हैं, जे पूछे जाण भी तां आर्टिकल 1-2 ही दिखते हैं, जिन्ना क तुहाडा प्रीवियस ईयर पेपर्स दे विच दित्ता गया है। सो पार्ट्स करूँगी तो उलझ जाऊंगी, जिहड़े आ 50-60 सिद्धे ने पहलां इन्हां नूं याद करो प्रॉपर तरीके दे नाल। हुण आपां गल करदे हां साडी संसद दे 3 ऑर्गनस ने, इन्हां तिन्नां बारे पढ़ना सानूं अड्ड-अड्ड बहुत जरूरी है। 52 आर्टिकल राष्ट्रपति नूं असीं नवेड़ चुके हैं कि की है, किवें है, की कुछ आ। हुण असीं राज सभा ते लोक सभा दे बारे दे विच पढ़ांगे। सब तो पहलां जे असीं गल करिए असीं लोक सभा बारे च पढ़ांगे, क्योंकि लोक सभा बारे तुसीं सारे जणे बहुत ही ज़्यादा जाणू हो। असीं सिद्धे तौर ते वोटां पा के सरकार बनाउने आ, लोक सभा जित्ती हुई पार्टी दी। सो शुरू करदे हां आपां अज दे नवें टॉपिक दैट इज लोक सभा। एक ना थोड़ियां किताबां दे विच बहुतियां चीज़ां दित्तियां होणगीਆਂ, संसद दीयां विशेषतावां की है, ये की है, वो की है, ਉਹ समझण लई चीज़ां दित्तियां हुंदियां नहीं कदे भी। जे तुसीं टैक्नीकैलिटी दे नाल देखोगे तो प्रश्न नहीं बनता हुंदा। वो विशेषता मैं तुहानूं दस चुकी हाँ, 2 सदन है, 2 हाउसिस ने, राष्ट्रपति का एक अंग है। बाकी जो तुसीं कॉन्सैप्ट पढ़ोगे विशेषतावां तुहानूं नाल दी नाल अपने पता लगदियां रहणगीਆਂ जो तुसीं कॉन्सैप्ट करोगे। गल करदी हां लोक सभा दी। लोक सभा का आर्टिकल कितना है जी साडे कोले 81। 81 आर्टिकल कहता है कि साडे देश दे विच लोक सभा होगी। लोक सभा बड़ा पॉपुलर हाउस है, क्यों? पहली गल तां इहनूं किहड़ा सदन कहने आ, हेठला सदन। कई जगह ते इहनूं लोअर हाउस लिखिया जाता है, बाकी नाम भी कराऊंगी, पॉपुलर भी कहा जाता, वो भी करवाऊंगी क्यों कहा जाता है। लोक सभा इंपोर्टेंट क्यों आ, क्योंकि साडे देश दे विच जिहड़ी केंद्र पद्धर ते केंद्र सरकार बनती है वो लोक सभा च जित्ती हुई पार्टी की बनती है। प्रेजेंट अपने देश दे विच 17वीं लोक सभा चल रही है, जिहदा टाइम पीरियड शुरू होया 19 तो ते चलूगी 5 साल 2024 तक।
और ये जिहड़ी लोक सभा ने साडे देश नूं सरकार दित्ती है, जिथे किहड़ी पार्टी दा बहुमत है? बीजेपी दा। डेमोक्रेसी है, साडे नैशनल लैवल ते 8 पार्टियां ने, हरेक पार्टी अपने नुमाइंदे खड़े करदी है लोक सभा सीटां तो, जिहदी मैजोरिटी आ गई हाफ प्लस वन वाली, ਉਹਦੀ सरकार बन जूगी। सिंपल एंड ईजी। ਉਹਦੇ प्रधानमंत्री होगा और उही कैबिनेट सिस्टम होगा, उही लोग पॉलिसी मेकरस होंगे। जे आपां लोक सभा की गल करिए, लोक सभा नूं असीं अड्ड अड्ड नामां नाल जाणदे हां, जिन्हां दे विचों एक हेठला सदन है, एक है पॉपुलर हाउस, जिन्हों तुसीं हरमन प्यारा सदन कह दिंदे हो। हरमन प्यारा सदन पॉपुलर है क्योंकि लोग तां सीधे तौर ते लोक सभा के मैंबरां नूं वोट पा के चुणदे ने, राज सभा के एमपीआं की सिलैक्शन भी नहीं सानूं पता हुंदी भी किवें हुई है। सो पॉपुलर है क्योंकि साडी सरकार लोक सभा च जित्ती हुई पार्टी की बनती है। अगला पॉइंट जे लिखिए तां आपां कि लोक सभा की है? हाउस ऑफ पीपल है, लोकां दा सदन है। लोकां दा सदन है। क्यों लोकां दा सदन है? क्योंकि असीं सीधे तौर ते वोट पा के एमपीआं नूं चुणदे हां। सिंपली ईजी। सानूं पता हुंदा है कि बई साडे जे पंजाब की गल करिए, लोक सभा दीयां किन्नियां सीटां ने? 13। सानूं पता हुंदा भी फलानी फलानी सीट तो साडी लोक सभा दा एमपी यह है, जे साडी सीट बन जाए असीं पूरा इंटरस्ट रखदे हां। सो लोकां दा सदन है। अगे जे आपां गल करिए, शक्तिशाली सदन है। दिस इज अ वेरी इंपॉर्टेंट पॉइंट। शक्तिशाली सदन है। ਇਹਦੇ ਆਪਾਂ ਤੱਥ ਦੇਖਾਂਗੇ ਕਿ ਲੋਕ ਸਭਾ ਨੂੰ ਇੱਕ ਸਟਰੋਂਗ ਹਾਊਸ ਦੇ ਨਾਂ ਤੇ ਕਿਉਂ ਰੱਖਿਆ ਜਾਂਦਾ ਹੈ। ਜਦੋਂ ਆਪਾਂ ਤੁਲਨਾ ਕਰੀਏ ਲੋਕ ਸਭਾ ਤੇ ਰਾਜ ਸਭਾ ਦੀ, ਪਾਰਲੀਮੈਂਟ ਦੇ ਦੋ ਸਦਨ ਨੇ, ਦੋਨਾਂ ਨੂੰ ਕੰਪੈਰੀਜ਼ਨ ਕਰਾਂਗੇ। ਲੋਕ ਸਭਾ ਕੋਲੇ ਕੁਝ ਇਸ ਤਰੀਕੇ ਦੀਆਂ ਪਾਵਰਸ ਨੇ ਜਿਹੜੀਆਂ ਕਿ ਰਾਜ ਸਭਾ ਕੋਲੇ ਨਹੀਂ ਹੈਗੀਆਂ, ਜਿਹਦੇ ਕਰਕੇ ਲੋਕ ਸਭਾ ਆਪਣੇ ਆਪ ਉੱਭਰ ਕੇ ਉੱਪਰ ਨੂੰ ਆ ਜਾਂਦਾ ਹੈਗਾ, ਸ਼ਕਤੀਸ਼ਾਲੀ ਬਣ ਜਾਂਦਾ ਹੈ। ਸਭ ਤੋਂ ਇੰਪੋਰਟੈਂਟ ਪਾਵਰ ਕੀ ਹੈ ਲੋਕ ਸਭਾ ਕੋਲੇ? ਲੋਕ ਸਭਾ 'ਚ ਜਿੱਤੀ ਹੋਈ ਪਾਰਟੀ ਦੀ ਸਰਕਾਰ ਬਣਦੀ ਹੈ। लोक सभा च जित्ती हुई पार्टी रूल करती है पूरे इंडिया में, कदे राज सभा जित्ती हुई पार्टी रूल नहीं करती। सिंपल एंड ईजी। डेफिनेटली जो तुलना करी तो की हो गया? ऊपर चला गया, शक्तिशाली हो गया। दूसरा पॉइंट, जदों आपां गल करदे हां बिल नूं लैके, अच्छा ध्यान नाल सुनो, वैसे आपां बिलां दा टॉपिक अगे जाके पूरा डिटेल दे विच पढ़ांगे भी। जे आपां कहा कि साडे देश दे विच जिहड़ी संसद है ਉਹ ਕਾਨੂੰਨ ਬਣਾਉਂਦੀ ਹੈ। ਕਾਨੂੰਨ ਬਣਾਉਣ ਵਾਸਤੇ ਸਭ ਤੋਂ ਪਹਿਲਾ ਸਟੈਪ ਕੀ ਰੱਖਣਾ ਹੈ? ਬਿੱਲ ਰੱਖਣਾ ਹੈਗਾ। ਬਿੱਲ ਉਦੋਂ ਤੱਕ ਕਾਨੂੰਨ ਦਾ ਰੂਪ, ਕਾਨੂੰਨ ਦਾ ਨਾਮ ਨਹੀਂ ਲਊਗਾ ਜਿੰਨਾ ਸਮਾਂ ਬਿੱਲ ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ ਵੱਲੋਂ ਪਾਸ ਆਊਟ ਨਹੀਂ ਕੀਤਾ, ਪਾਰਿਤ ਨਹੀਂ ਕੀਤਾ ਜਾਊਗਾ। ਜਦੋਂ ਇੱਥੇ ਬਿੱਲ ਹੈ, ਬਿੱਲ ਕਹਾਊਗਾ, ਕਾਨੂੰਨ ਨਹੀਂ ਕਹਾਊਗਾ, ਕਿਉਂਕਿ ਜੇ ਇੱਥੇ ਪਾਸ ਹੀ ਨਹੀਂ ਹੋ ਰਹੀ ਉਹ ਚੀਜ਼। ਜਦੋਂ ਇੱਥੋਂ ਪਾਸ ਹੋ ਗਿਆ, ਫਿਰ ਉਹ ਬਿੱਲ ਨੂੰ ਆਪਾਂ ਕੀ ਕਹਿ ਦਿੰਦੇ ਆ? ਕਾਨੂੰਨ ਕਹਿ ਦਿੰਦੇ ਆ। ਉਹ ਬਿੱਲ ਨੂੰ ਆਪਾਂ ਐਕਟ ਕਹਿ ਦਿੰਦੇ ਆ ਸਿੰਪਲੀ। ਹੁਣ ਆਪਣੇ ਦੇਸ਼ ਦੇ ਵਿੱਚ ਜਦੋਂ ਕਾਨੂੰਨ ਬਣਾਏ ਜਾਂਦੇ ਨੇ, ਉਹਨਾਂ ਲਈ ਬਿੱਲ ਪਾਸ ਕੀਤੇ ਜਾਂਦੇ ਨੇ ਔਰ ਅਲੱਗ-ਅਲੱਗ ਤਰੀਕੇ ਦੇ ਬਿੱਲ ਪਾਸ ਕੀਤੇ ਜਾਂਦੇ ਨੇ। ਅਸੀਂ 4 ਤਰੀਕੇ ਦੇ ਬਿੱਲ ਨੇ ਜਿਹੜੇ ਉਹ ਸੰਸਦ ਦੇ ਵਿੱਚ ਰੱਖਦੇ ਹਾਂ। ਕਿਹੜੇ-ਕਿਹੜੇ ਬਿੱਲ ਨੇ ਅਸੀਂ? ਇੱਕ ਆਪਾਂ ਰੱਖਦੇ ਹਾਂ ਧਨ ਬਿੱਲ, ਇੱਕ ਆਪਾਂ ਰੱਖਦੇ ਹਾਂ ਵਿੱਤ ਬਿੱਲ, ਇੱਕ ਆਪਾਂ ਰੱਖਦੇ ਹਾਂ ਸੋਧ ਬਿੱਲ ਤੇ ਇੱਕ ਆਪਾਂ ਰੱਖਦੇ ਹਾਂ ਸਧਾਰਨ ਬਿੱਲ। ਇਹਨਾਂ ਦੇ ਆਰਟੀਕਲ ਸਾਰਾ ਕੁਝ ਆਪਾਂ ਡਿਫਰੈਂਟ ਤਰੀਕੇ ਨਾਲ ਕਰਾਂਗੇ। ਹਮੇਸ਼ਾ ਜਦੋਂ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਣਦਾ ਹੈ, ਬਿੱਲ ਪਾਸ ਕੀਤਾ ਜਾਂਦਾ ਹੈ, ਬਿੱਲ 4 ਤਰੀਕੇ ਨਾਲ ਰੱਖਿਆ ਜਾਊਗਾ, 4 ਕੈਟੇਗਰੀ ਦੇ ਵਿੱਚ ਡਿਵਾਈਡ ਕੀਤਾ ਜਾਊਗਾ। ਧਨ, ਵਿੱਤ, ਸੋਧ, ਸਧਾਰਨ। ਮਨੀ ਬਿੱਲ ਤੇ ਵਿੱਤ ਬਿੱਲ ਦੋਨੋਂ ਅੱਡ ਅੱਡ ਬਿੱਲ ਨੇ, ਇਹਨਾਂ ਨੂੰ ਸਮਝਣਾ ਅੱਗੇ ਜਾ ਕੇ ਬੜਾ ਜ਼ਰੂਰੀ ਹੋ ਜਾਂਦਾ ਹੈ। ਕਈ ਬੱਚਿਆਂ ਨੂੰ ਲੱਗਦਾ ਮਨੀ ਧਨ ਵਿੱਤ ਸੇਮ ਚੀਜ਼ ਹੈ। ਧਨ ਬਿੱਲ ਨੂੰ ਲੈ ਕੇ, ਮਨੀ ਬਿੱਲ ਜਿਹਨੂੰ ਕਹਿ ਦਿੰਦੇ ਹੋ, ਇਹਨੂੰ ਲੈ ਕੇ ਲੋਕ ਸਭਾ ਕੋਲ ਇੱਕ ਸਪੈਸ਼ਲ ਪਾਵਰ ਹੈ। ਕੀ ਪਾਵਰ ਹੈ? ਜਿਹੜਾ ਧਨ ਬਿੱਲ ਹੈ। ਹੁਣ ਥੋੜਾ ਜਿਹਾ ਹੋਰ ਧਿਆਨ ਨਾਲ ਦੇਖੋ, ਜਦੋਂ ਆਪਾਂ ਬਿੱਲ ਦੀ ਗੱਲ ਕਰਦੇ ਹਾਂ, ਹਰੇਕ ਬਿੱਲ ਦੇ ਨੇਚਰ ਤੇ ਡਿਪੈਂਡ ਕਰਦਾ ਹੈ ਕਿ ਉਹ ਪਹਿਲਾਂ ਲੋਕ ਸਭਾ 'ਚ ਜਾਊਗਾ ਕਿ ਪਹਿਲਾਂ ਰਾਜ ਸਭਾ 'ਚ ਜਾਊਗਾ। ਕਈ ਬਿੱਲ ਮਰਜ਼ੀ ਤੇ ਛੱਡ ਦਿੱਤੇ ਜਾਂਦੇ ਨੇ ਕਿ ਕਿਤੇ ਵੀ ਜਾਣਗੇ। ਕਈ ਬਿੱਲ ਵੈਰੀ ਕੰਪਲਸਰੀ ਹੁੰਦੇ ਨੇ ਕਿ ਲੋਕ ਸਭਾ 'ਚ ਪਹਿਲਾਂ ਜਾਣਗੇ, ਕਈ ਬਿੱਲ ਵੈਰੀ ਕੰਪਲਸਰੀ ਰਾਜ ਸਭਾ 'ਚ ਪਹਿਲਾਂ ਜਾਣਗੇ। ਜੇ ਆਪਾਂ ਧਨ ਬਿੱਲ ਦੀ ਗੱਲ ਕਰੀਏ ਤਾਂ ਬਹੁਤ ਜ਼ਰੂਰੀ ਹੈ ਕਿ ਧਨ ਬਿੱਲ ਸਭ ਤੋਂ ਪਹਿਲਾਂ ਕਿਹੜੇ ਸਦਨ 'ਚ ਜਾਊਗਾ? ਲੋਕ ਸਭਾ ਦੇ ਵਿੱਚ ਜਾਊਗਾ। ਦੂਸਰੀ ਚੀਜ਼ ਉਦੋਂ ਵੀ ਜ਼ਰੂਰੀ ਹੈ ਜਿਹਦੇ ਕਰਕੇ ਆਪਾਂ ਲੋਕ ਸਭਾ ਨੂੰ ਜ਼ਿਆਦਾ ਪਾਵਰਫੁਲ ਕਾਊਂਟ ਕਰਦੇ ਹਾਂ ਮਨੀ ਬਿੱਲ ਦੇ ਕੇਸ ਦੇ ਵਿੱਚ, ਉਹ ਕੀ ਚੀਜ਼ ਹੈ ਕਿ ਧਨ ਬਿੱਲ ਦੇ ਉੱਪਰ ਜੇ ਲੋਕ ਸਭਾ ਨੇ ਬਹੁਮਤ ਦੇ ਕੇ ਧਨ ਬਿੱਲ ਨੂੰ ਪਾਸ ਕਰਤਾ ਤਾਂ ਸਾਡੇ ਦੇਸ਼ ਦੀ ਰਾਜ ਸਭਾ ਕੋਲੇ ਕੋਈ ਪਾਵਰ ਨਹੀਂ ਹੈਗੀ ਕਿ ਧਨ ਬਿੱਲ ਦੇ ਉੱਪਰ ਰੋਕ ਲਾ ਦੇ। ਸਿੰਪਲ। ਧਨ ਬਿੱਲ ਜੇ ਲੋਕ ਸਭਾ ਚੋਂ ਪਾਸ ਹੈ ਤਾਂ ਸਮਝ ਲਓ ਪਾਸ ਹੈ। ਰਾਜ ਸਭਾ ਕੋਲੇ ਇੱਕ ਫਾਰਮਲ ਪ੍ਰੋਸੀਜਰ ਦੇ ਲਈ ਜਾਂਦਾ ਜ਼ਰੂਰ ਹੈ, ਪਰ ਰਾਜ ਸਭਾ ਬਹੁਮਤ ਦੇਵੇ ਤੇ ਚਾਹੇ ਬਹੁਮਤ ਨਾ ਦੇਵੇ ਉਹਦੀ ਕੋਈ ਇੰਪੋਰਟੈਂਸ ਨਹੀਂ ਹੈਗੀ। ਲੋਕ ਸਭਾ ਕੋਲੇ ਪੂਰੀ ਪਾਵਰ ਹੈ ਧਨ ਬਿੱਲ ਨੂੰ ਲੈ ਕੇ। ਤਾਂ ਹੀ ਸਾਡੇ ਸਭ ਤੋਂ ਛੇਤੀ ਕਿਹੜੇ ਬਿੱਲ ਪਾਸ ਹੁੰਦੇ ਨੇ?
ਮਨੀ ਬਿੱਲ, ਕਿਉਂਕਿ ਲੋਕ ਸਭਾ ਜਿਹੜੀ ਸਰਕਾਰ ਮੈਜੋਰਿਟੀ ਹੈ ਉਹੀ ਧਨ ਬਿੱਲ ਲੈ ਕੇ ਆਊਗੀ। ਧਨ ਬਿੱਲ ਗ੍ਰਾਂਟ ਹੁੰਦੀ ਹੈ, ਟੈਕਸ ਹੁੰਦਾ, ਫੰਡ ਹੁੰਦਾ ਹੈਗਾ, ਠੀਕ ਹੈ। ਸੋ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਦੋਵੇਂ ਸਾਧਨਾਂ ਨੂੰ, ਧਨ ਬਿੱਲ ਸਿਰਫ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਜੇ ਉੱਥੋਂ ਪਾਸ ਹੈ ਤਾਂ ਉਹਨੂੰ ਪਾਸ ਸਮਝਿਆ ਜਾਂਦਾ ਹੈ। ਰਾਜ ਸਭਾ ਦੇ ਵਿੱਚ ਫਾਰਮੈਲਿਟੀ ਦੇ ਲਈ ਜਾਂਦਾ ਹੈ। ਰਾਜ ਸਭਾ ਕੋਈ ਸਲਾਹ ਦੇ ਸਕਦੀ ਹੈ, ਉਹ ਸਲਾਹ ਨੂੰ ਮੰਨਣਾ ਨਾ ਮੰਨਣਾ ਲੋਕ ਸਭਾ ਦੇ ਹੱਥ ਦੇ ਵਿੱਚ ਹੈ। ਔਰ ਜੇ ਰਾਜ ਸਭਾ ਕੋਲੇ ਵੱਧ ਤੋਂ ਵੱਧ 14 ਦਿਨ ਦਾ ਟਾਈਮ ਹੁੰਦਾ, ਜੇ 14 ਦਿਨ ਤੱਕ ਉਹ ਕੋਈ ਰਿਸਪੌਂਸ ਨਹੀਂ ਕਰਦੀ, ਲੋਕ ਸਭਾ ਸਿੰਪਲੀ ਬਿੱਲ ਪਾਸ ਕਰ ਦੇਗੀ, ਈਜ਼ੀ, ਠੀਕ ਹੈ। ਸੋ ਧਨ ਬਿੱਲ ਨੂੰ ਲੈ ਕੇ ਕਿਹਦੇ ਕੋਲੇ ਪਾਵਰ? ਲੋਕ ਸਭਾ ਕੋਲੇ। ਸੋ ਲੋਕ ਸਭਾ ਹਮੇਸ਼ਾ ਹੀ ਰਾਜ ਸਭਾ ਨਾਲੋਂ ਇਸ ਕਾइंड ਤੇ ਪਾਵਰਫੁਲ ਸਾਬਿਤ ਹੁੰਦਾ। ਤੀਸਰੀ ਚੀਜ਼ ਦੀ ਆਪਾਂ ਗੱਲ ਕਰਾਂਗੇ ਬਜਟ। ਜੇ ਆਪਾਂ ਆਪਣੇ ਦੇਸ਼ ਦੇ ਵਿੱਚ ਬਜਟ ਕਿੱਥੋਂ ਲਿਆਂਦਾ? ਇੰਗਲੈਂਡ ਤੋਂ। ਬਜਟ ਇਜ਼ ਕਾइंड ਆਫ ਫਾਈਨੈਂਸ਼ੀਅਲ ਸਟੇਟਮੈਂਟ। ਬਜਟ ਸ਼ਬਦ ਅਸੀਂ ਕਿਤੇ ਵਰਤਿਆ ਨਹੀਂ ਗਿਆ, ਸਾਡੇ ਸੰਵਿਧਾਨ 'ਚ ਕਿਤੇ ਬਜਟ ਨਹੀਂ ਲਿਖਿਆ ਗਿਆ। ਕਹਿੰਦੇ ਆਪਾਂ ਬਜਟ ਆ, ਬਜਟ ਨੂੰ ਆਪਣੇ ਸੰਵਿਧਾਨ ਦੇ ਵਿੱਚ ਫਾਈਨੈਂਸ਼ੀਅਲ ਸਟੇਟਮੈਂਟ ਲਿਖਿਆ ਜਾਂਦਾ, ਇੱਕ ਵਿੱਤੀ ਸਟੇਟਮੈਂਟ ਦੇ ਤੌਰ ਤੇ ਰੱਖਿਆ ਜਾਂਦਾ ਹੈ। ਹਰ ਸਾਲ ਜਿਹੜੀ ਸਰਕਾਰ ਹੈ ਸਾਡੇ ਦੇਸ਼ ਦੇ ਵਿੱਚ, ਉਹ ਆਪਣੇ ਪੱਖ ਨੂੰ ਲੈ ਕੇ ਕਿ ਅਸੀਂ ਕਿੰਨਾ ਕਮਾਇਆ, ਕਿੰਨਾ ਖਰਚ ਕੀਤਾ, ਕਿੰਨਾ ਟੈਕਸ ਆਇਆ, ਕਿੰਨਾ ਅਸੀਂ ਖਰਚਾ ਕਰ ਰਹੇ ਹਾਂ, ਉਹਨੂੰ ਲੈ ਕੇ ਇੱਕ ਸਟੇਟਮੈਂਟ ਦਿੰਦੀ ਹੈ ਵਿਚ ਇਜ਼ ਕਾਲਡ ਦਾ ਫਾਈਨੈਂਸ਼ੀਅਲ ਸਟੇਟਮੈਂਟ, ਜਿਹਨੂੰ ਲੌਜੀਕਲੀ ਤੁਸੀਂ ਕੀ ਕਹਿ ਦਿੰਦੇ ਹੋ? ਬਜਟ। ਸਾਡੇ ਦੇਸ਼ ਦੇ ਵਿੱਚ ਬਜਟ ਹਮੇਸ਼ਾ ਹੀ ਕਿਹਦੇ ਦੁਆਰਾ ਪੇਸ਼ ਕੀਤਾ ਜਾਂਦਾ ਹੈ? ਵਿੱਤ ਮੰਤਰੀ ਦੇ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਮਿਨਿਸਟਰੀ ਹਮੇਸ਼ਾ ਕਿਹਦੇ ਲਈ ਰਿਸਪੌਂਸਿਬਿਲਿਟੀ ਨਾਲ ਕੰਮ ਕਰਦੀ ਹੈ? ਲੋਕ ਸਭਾ। ਲੋਕ ਸਭਾ ਜਿੱਤੀ ਹੋਈ ਪਾਰਟੀ ਸਰਕਾਰ ਬਣਾਊਗੀ, ਸਰਕਾਰ ਬਣ ਗਈ, ਪ੍ਰਧਾਨ ਮੰਤਰੀ ਦੀ ਨਿਯੁਕਤੀ ਹੋਊਗੀ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਆਪਸੀ ਸਲਾਹ ਨਾਲ ਕੈਬਨਿਟ ਮੰਤਰੀ ਚੁਣਨਗੇ। ਵਿੱਤ ਮੰਤਰੀ ਇੱਕ ਕੈਬਨਿਟ ਮੰਤਰੀ ਹੁੰਦਾ ਹੈ ਜਿਹੜਾ ਲੋਕ ਸਭਾ 'ਚ ਕੰਮ ਕਰਦਾ ਹੈ। ਕਦੇ ਸਾਡੀ ਕੈਬਨਿਟ ਮਿਨਿਸਟਰੀ ਰਾਜ ਸਭਾ ਦੇ ਵਿੱਚ ਜਾ ਕੇ ਕੰਮ ਹੀ ਨਹੀਂ ਕਰਦੀ ਹੈਗੀ, ਇਹ ਸਾਨੂੰ ਵੀ ਪਤਾ ਹੈ। ਸੋ ਬਜਟ ਹਮੇਸ਼ਾ ਲੋਕ ਸਭਾ ਦੇ ਵਿੱਚ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਜਾਂਦਾ, ਲੋਕ ਸਭਾ ਦੇ ਵਿੱਚ ਰੱਖਿਆ ਜਾਂਦਾ ਹੈ। ਤਾਂ ਕਰਕੇ ਆਪਾਂ ਕਹਿੰਦੇ ਹਾਂ ਲੋਕ ਸਭਾ ਥੋੜਾ ਜਿਹਾ ਪਾਵਰਫੁਲ ਸਿੱਧ ਹੁੰਦਾ ਹੈ ਕੰਪੈਰੀਟਿਵਲੀ ਰਾਜ ਸਭਾ ਦੇ। ਇੱਕ ਹੋਰ ਪੁਆਇੰਟ ਹੈ, ਕੌਣ ਦੱਸ ਸਕਦਾ ਮੈਨੂੰ? ਚੌਥਾ ਪੁਆਇੰਟ ਕਰਵਾਇਆ ਸੀ ਨਾ ਮੈਂ ਤੁਹਾਨੂੰ, ਚੌਥਾ ਪੁਆਇੰਟ। ਹਾਂਜੀ, ਐਨੀਵਨ ਐਲਸ? ਬਿਲਕੁਲ ਬਿਲकुल ਬਿਲकुल ਰਮਨ, ਕੋਈ ਦੱਸੂਗਾ ਇਸ ਤੋਂ ਬਿਨਾਂ? ਇੱਕ ਹੋਰ ਪੁਆਇੰਟ ਹੈ ਜਿਹਦੇ ਤਹਿਤ ਲੋਕ ਸਭਾ ਨੂੰ ਆਪਾਂ ਪਾਵਰਫੁਲ ਕਾਊਂਟ ਕਰਦੇ ਹਾਂ। ਐਨੀਵਨ? ਜਲਦੀ, ਜਿਹੜੇ ਬੱਚੇ ਆਨਲਾਈਨ ਲਾ ਰਹੇ ਨੇ ਕਲਾਸ, ਛੇਤੀ। ਦੱਸੋ ਭਾਈ। ਚਲੋ ਤੁਹਾਡਾ ਹੋਮਵਰਕ ਹੈ, ਇਹ ਕਹਿ ਲਓ। ਹੁਣ ਤਾਂ ਤੁਸੀਂ ਨਹੀਂ ਆਪਦੇ ਦਿਮਾਗ ਤੇ ਜ਼ੋਰ ਲਾਉਂਦੇ। 4 ਕਾਰਨਾਂ ਨੂੰ ਲੈ ਕੇ ਲੋਕ ਸਭਾ ਸ਼ਕਤੀਸ਼ਾਲੀ ਹੁੰਦੀ, ਇੱਕ ਉਹ ਬੇਕਾਰ ਜਿਹਾ ਰੀਜ਼ਨ ਹੈਗਾ ਹੋਰ, ਠੀਕ ਹੈ ਜੀ। ਫਿਰ ਸ਼ਕਤੀਸ਼ਾਲੀ ਕਿਵੇਂ ਹੋ ਗਿਆ? 108। ਦੱਸੋ ਜੀ। 4 ਪੁਆਇੰਟ ਕਰਾਏ ਨੇ ਤਾਂ ਮੈਂ ਟੈਟ 'ਚ ਵੀ ਕਰਾਉਣੀ ਹੈ ਪੁਆਇੰਟ ਤਾਂ ਮੈਂ ਬਹੁਤ ਚੰਗੇ ਤਰੀਕੇ ਦੇ ਨਾਲ, ਠੀਕ ਹੈ। ਚਲੋ ਕੋਈ ਨਾ, ਤੁਸੀਂ ਕਾਊਂਟ ਕਰ ਲਿਓ। ਹਾਂਜੀ ਪ੍ਰਿਆ? ਟੈਕਸ ਰਿਲੇਟਡ ਬਿੱਲ, ਲੋਕ, ਉਹ ਯਾਰ ਟੈਕਸ ਬਿੱਲ ਹੀ ਮਨੀ ਬਿੱਲ ਹੁੰਦਾ। ਮਨੀ ਬਿੱਲ ਕੀ ਆ? ਟੈਕਸ ਹੈ, ਗ੍ਰਾਂਟ ਹੈ, ਫੰਡ ਹੈ। 3 ਤਰੀਕੇ ਦੇ ਮੁੱਦਿਆਂ ਵਾਲੇ ਬਿੱਲਾਂ ਨੂੰ ਅਸੀਂ ਧਨ ਬਿੱਲ ਕਹਿੰਦੇ ਹਾਂ। ਇਹਨਾਂ ਤਿੰਨਾਂ ਨੂੰ ਛੱਡ ਕੇ ਜਿਹੜੇ ਬਚ ਗਏ ਉਹ ਵਿੱਤ ਬਿੱਲ ਹੁੰਦੇ ਨੇ, ਜਿਹੜੇ ਪੈਸੇ ਦੇ ਅਦਲ ਬਦਲ ਨਾਲ ਸੰਬੰਧਿਤ ਹੁੰਦੇ ਨੇ। ਮਾਈ ਕੁਐਸਚਨ ਇਜ਼, 3 ਪੁਆਇੰਟ ਨੂੰ ਲੈ ਕੇ ਤੁਸੀਂ ਕਹਤਾ ਲੋਕ ਸਭਾ ਪਾਵਰਫੁਲ ਹੈ, ਇੱਕ ਪੁਆਇੰਟ ਹੋਰ ਹੈ ਜਿਹਨੂੰ ਲੈ ਕੇ ਤੁਸੀਂ ਕਹਿੰਦੇ ਹੋ ਲੋਕ ਸਭਾ ਪਾਵਰਫੁਲ ਹੈ, ਉਹ ਕੀ ਹੈ? ਸਮਝ ਆ ਗਿਆ ਤਾਂ ਮੈਨੂੰ ਕਮੈਂਟ ਕਰ ਦਿਓ, ਤੁਸੀਂ ਦੱਸ ਦਿਓ, ਨਹੀਂ ਫਿਰ ਆਪਾਂ ਅੱਗੇ ਚੱਲਦੇ ਹਾਂ, ਕੱਲ ਨੂੰ ਪਤਾ ਕਰਕੇ ਆਉਣਾ। ਲੱਗਿਆ ਪਤਾ ਸ਼ਕਤੀਸ਼ਾਲੀ ਸਦਨ ਕਿਉਂ ਹੈ ਇਹਨਾਂ ਪੁਆਇੰਟਸ ਦੇ ਤਹਿਤ? ਅਗਲਾ ਪੁਆਇੰਟ ਕੀ ਹੈ? ਲੋਕ ਸਭਾ ਇੱਕ ਟੈਂਪਰੇਰੀ ਹਾਊਸ ਹੈ, ਅਸਥਾਈ ਸਦਨ ਹੈ, ਇਹ ਯਾਦ ਰੱਖੋਗੇ, ਇੰਪੋਰਟੈਂਟ ਹੈ। ਅਸਥਾਈ ਸਦਨ, ਜਿਹਨੂੰ ਤੁਸੀਂ ਨਾਨ ਪਰਮਾਨੈਂਟ, ਟੈਂਪਰੇਰੀ, ਜਿਵੇਂ ਵੀ ਕਹਿਣਾ ਹੋਵੇ ਕਹਿ ਸਕਦੇ ਹੋ। ਦੇਖੋ ਨਾਰਮਲ ਅਸੀਂ ਪੜਾਂਗੇ ਕਿ ਸਾਡੀ ਲੋਕ ਸਭਾ ਦਾ ਕਾਰਜਕਾਲ 5 ਸਾਲ ਹੁੰਦਾ ਹੈਗਾ, ਇਹ ਸਾਨੂੰ ਸਭ ਨੂੰ ਪਤਾ ਹੈ। ਪਰ ਜੇ ਇੱਕ ਵਾਰੀ ਲੋਕ ਸਭਾ 5 ਸਾਲ ਦੇ ਲਈ ਬਣ ਗਈ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਲੋਕ ਸਭਾ ਕਦੇ ਵੀ ਉਹਦਾ ਕਾਰਜਕਾਲ ਘਟਾਇਆ ਜਾਂ ਵਧਾਇਆ ਨਹੀਂ ਜਾ ਸਕਦਾ, ਕੀਤਾ ਜਾ ਸਕਦਾ। ਘਟਾਇਆ ਜਾ ਸਕਦਾ, ਡਿਸੋਲਵ ਕੀਤੀ ਜਾ ਸਕਦੀ ਹੈ, ਵਧਾਇਆ ਜਾ ਸਕਦਾ ਐਮਰਜੈਂਸੀ ਦੇ ਦੌਰਾਨ। ਜਦੋਂ ਸਾਡੇ ਦੇਸ਼ ਦੇ ਵਿੱਚ ਰਾਸ਼ਟਰੀ ਸੰਕਟ ਕਾਲ ਲੱਗਿਆ ਤਾਂ ਅਸੀਂ ਲੋਕ ਸਭਾ ਦਾ ਕਾਰਜਕਾਲ ਕਿੰਨੇ ਸਾਲ ਤੱਕ ਵਧਾ ਦਿੰਦੇ ਹਾਂ? 1 ਸਾਲ ਤੱਕ। ਵੀ ਸਾਡੇ ਦੇਸ਼ ਦਾ ਯੁੱਧ ਬਾਹਰਲੀ ਕਿਸੇ ਦੇਸ਼ ਨਾਲ ਲੱਗ ਰਿਹਾ ਸੀ, ਵੋਟਾਂ ਨਹੀਂ ਕਰਾ ਸਕਦੇ ਉਸ ਕੰਡੀਸ਼ਨ ਦੇ ਵਿੱਚ, ਉਦੋਂ ਆਪਾਂ ਕੀ ਕਰਦੇ ਹਾਂ? ਲੋਕ ਸਭਾ ਦਾ ਕਾਰਜਕਾਲ 1 ਸਾਲ ਵਧਾ ਦਿੰਦੇ ਹਾਂ। ਸਿੰਪਲ, ਈਜ਼ੀ। ਸੋ ਜੇ ਆਪਾਂ ਲੋਕ ਸਭਾ ਦਾ ਕਾਰਜਕਾਲ ਘਟਾ ਵੀ ਸਕਦੇ ਹਾਂ, ਵਧਾ ਵੀ ਸਕਦੇ ਹਾਂ, ਤਾਂ ਡੈਫੀਨੇਟਲੀ ਇਹ ਕੀ ਹੋ ਗਿਆ? ਅਸਥਾਈ ਸਦਨ ਹੋ ਗਿਆ, ਠੀਕ ਹੈ ਜੀ। ਇਹ ਚੀਜ਼ ਯਾਦ ਰੱਖੋਗੇ। ਹਾਊਸ ਆਫ ਓਲਡ ਪੀਪਲ ਲੋਕ ਸਭਾ ਨਹੀਂ ਹੁੰਦਾ, ਰਾਜ ਸਭਾ ਹੁੰਦਾ ਹੈਗਾ, ਇਹ ਯਾਦ ਰੱਖੋਗੇ, ਠੀਕ ਹੈ ਜੀ। ਓਲਡ ਪੀਪਲ ਹੀ ਨਹੀਂ, ਉਹ ਰਾਜ ਸਭਾ ਹੁੰਦਾ, ਠੀਕ ਹੈ। ਸੋ ਅਸਥਾਈ, ਜੇ ਆਪਾਂ ਇਹਨੂੰ ਕਹੀਏ, ਆਪਾਂ ਇਹਨੂੰ ਸਮੇਂ ਤੋਂ ਪਹਿਲਾਂ ਭੰਗ ਕਰ ਸਕਦੇ ਹਾਂ ਅਵਿਸ਼ਵਾਸ ਦਾ ਮਤਾ ਪਾਸ ਕਰਕੇ। ਅੱਗੇ ਜਾ ਕੇ ਆਪਾਂ ਪੜਾਂਗੇ ਕਿ ਨੋ ਕੌਨਫੀਡੈਂਸ ਮੋਸ਼ਨ ਕਿਉਂ ਹੁੰਦਾ, ਕਿਵੇਂ ਹੁੰਦਾ, ਕੌਣ ਪੇਸ਼ ਕਰਦਾ।
जे किते करंट सरकार तो अपने सदन दे विच मेजोरिटी प्रूव नहीं हुंदी, नो कॉन्फिडेंस का मता पास करके लोक सभा भंग कर दी जाती है, सरकार डिग पैंदी है जिन्हें तुसीं कहंदे हो। ठीक है, और अजिहा कदों किवें होया वो भी आपां पढ़ांगे डेफिनेटली। हाँ जी, सही है, बिल्कुल कमलजीत कौर, आई वॉज वेटिंग फॉर द आंसर। लो जी, मैं इत्थे क्वेश्चन पूछा सी कि चौथा कारण की है कि लोक सभा पावरफुल है, पहला वो सुन लो, किसी बच्चे ने आंसर दिता है विद नेम कमलजीत कौर। जदों असीं साडे देश दे विच संयुक्त बैठकां दी गल करदे हां, सानू पता है कि आर्टिकल 108 ਦੇ ਹੇਠ ਸਾਡੇ ਦੇਸ਼ ਦੇ ਵਿੱਚ ਸੰਯੁਕਤ ਬੈਠਕਾਂ ਦਾ ਪ੍ਰਬੰਧ ਹੈ। ਰਾਸ਼ਟਰਪਤੀ ਸੰਯੁਕਤ ਬੈਠਕਾਂ ਬੁਲਾਉਂਦਾ ਹੈ। ਸੰਯੁਕਤ ਬੈਠਕਾਂ ਦੇ ਵਿੱਚ ਲੋਕ ਸਭਾ ਪਲਸ ਰਾਜ ਸਭਾ ਇਕੱਠੇ ਹੋ ਕੇ ਬਹਿੰਦੇ ਨੇ, ਪਰ ਸੰਯੁਕਤ ਬੈਠਕਾਂ ਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ। ਉਦੋਂ ਫਿਰ ਰਾਜ ਸਭਾ ਦੇ ਚੇਅਰਪਰਸਨ ਵਾਈਸ ਪ੍ਰੈਜ਼ੀਡੈਂਟ ਦੀ ਪਾਵਰ ਨਹੀਂ ਹੁੰਦੀ ਕਿ ਉਹ ਬੈਠ ਕੇ ਉਹਦੀ ਪ੍ਰਧਾਨਗੀ ਕਰੂਗਾ। ਪਤਾ ਸੀ ਤੁਹਾਨੂੰ ਸਾਰਿਆਂ ਨੂੰ, ਬਸ ਥੋੜੇ ਧਿਆਨ ਚ ਨਹੀਂ ਹੁੰਦਾ। ਠੀਕ ਹੈ ਜੀ, बिल्कुल बिल्कुल, ये पॉइंट ध्यान च कर लियो तुसीं। हुण आपां गल करदे हां लोक सभा अस्थाई सदन है 5 साल दे लई। तुसीं कमेंट सैक्शन दे विच इक झड़ी लाई जांदे हो, तुसीं आपस दे विच एक दूजे नूं दस्सी जांदे हो, उत्थों लिख लो, फिर इत्थों ना लिखो, उत्थों लिख लो सारे इकट्ठे करके। ठीक है, मतलब ठीक है, मैनूं पता तुहानूं बहुत आउंदा है, शास्त्री हो तुसीं। ठीक है, बट माड़ा जिहा मैनूं सुण लो। ठीक है, 5 साल हुंदा ओह हुंदा, जिहड़ा मैं पुछां ओह दस दिया करो। बाकी आपस का जिहड़ा हुंदा WhatsApp ग्रुप हैगा, तुहाडे पर्सनल कॉन्टैक्ट ने, एक दूजे नूं फोन कर लिया करो जे भावना भड़कदी। ठीक है, अगले पॉइंट ते चलदे हां। जे आपां गल करिए कुछ नेम ने, पॉपुलर नेम ने, उन्हां नूं आपां क्यों है कुछ शक्तिशाली सदन दा पॉइंट काउंट करदे हां, ओह की आपां काउंट कर रहे हां। अगला पॉइंट की है, सब तो इंपॉर्टेंट पॉइंट रहिंदा है लोक सभा दे विच क्वालीफिकेशन ते सीटां नूं लैके। क्वालीफिकेशन दा तां चलो फिर भी सर जांदा है काम, आपां छोटा जिहा पॉइंट लिखांगे योग्यता कि जे कोई भी बंदा लोक सभा दे विच जांदा उहदे लई डेफिनेटली क्वालीफिकेशनस चाहीदियां ने। योग्यतावां हर अथॉरिटी दीयां होणगीਆਂ, राष्ट्रपति ਦੀਆਂ योग्यतावां पढ़ीਆਂ आपां, उप राष्ट्रपति ਦੀਆਂ योग्यतावां पढ़ीਆਂ आपां, सेम आपां लोक सभा दे MP ਬਣਨ ਦੀਆਂ भी योग्यतावां पढ़ांगे। एक चीज होर याद रखनी है, बच्चों नूं कन्फ्यूजन हुंदी है, MP शब्द वरतिया जांदा है, MP शब्द वरतिया जांदा है लोक सभा ते राज सभा दोहां दे मैंबरां लई, मैंबर ऑफ पार्लियामेंट। पंजाबी च तां तुहानूं ਇਹੀ ਪੁੱਛਣਗੇ ਲੋਕ ਸਭਾ ਦੇ ਮੈਂਬਰ, ਕਿਉਂਕਿ ਪੰਜਾਬੀ ਚ MP ਲਿਖਿਆ ਨਹੀਂ ਜਾਂਦਾ। ठीक है, सो जे आपां योग्यतावां दी गल करिए, वेरी मस्ट पॉइंट है कि वो भारत का नागरिक होना जरूरी है। ये तो देखो बहुत ही जरूरी है, जन्म तो होना जरूरी नहीं है, सानू भी पता है। जे जिस समय तुसीं इलैक्शन फाइट करनी है उस समय तुसीं इंडियन सिटीजन हो। फॉरनर्स कदे भी साडे देश दे विच कोई पोलीटिकल इलैक्शन, क्योंकि राइट टू इलैक्शन या राइट टू वोट असीं कदे भी फॉरनर्स नूं दिंदे नहीं हैगे। ठीक है, अगला पॉइंट है उम्र दा। उम्र घट तो घट किन्नी होवे जी? 25 साल। 25 तो हेठ वाला बंदा कदे भी MP दी इलैक्शन, लोक सभा दे MP दी इलैक्शन फाइट नहीं करूगा, 25 तो उत्ते जिन्ना मर्जी। और एक चीज याद रखूंगी, साडे देश दे विच पॉलिटिकल अथॉरिटी दे लई कोई मैक्स एज नहीं होंदी, ना राष्ट्रपति, ना उपराष्ट्रपति, ना लोक सभा का MP, ना राज्य सभा का, ना MLA। ये ध्यान च रखूंगी। ठीक है, तीसरा पॉइंट की है, सिंपल जा, पागल जा दिवालिया ना होवे, मतलब मेंटल सिचुएशन बंदे दी सही होनी चाहिए हैगी, ये चीज याद रखोगे। चौथा पॉइंट की है, किसी लाभदायक अहुदे ते ना लग्या होवे। आपां लाभदायक अहुदे बारे राष्ट्रपति ते उपराष्ट्रपति दोनों टॉपिक्स डिस्कस कीता सी। लाभदायक अहुदा मीनस कोई सरकारी नौकरी वाला अहुदा। जदों भी असीं लाभदायक अहुदे दी गल करदे हां, ऑफिस ऑफ प्रॉफिट दी गल करदे हां, तां असीं मंनदे हां कि ऑफिस ऑफ प्रॉफिट दी डिक्लेरेशन करन दा अधिकार साडे किहदे कोले हुंदा है? सांसद कोल। सांसद डिसाइड करदी है कि इह वाला अहुदा ऑफिस ऑफ प्रॉफिट है, इह वाला नहीं है। पर अज तक जे असीं ऑफिस ऑफ प्रॉफिट की गल करिए तां असीं इह मंनदे हां कि साडे देश दे विच सरकारी नौकरी वाले अहुदिआं नूं असीं कदे भी की नहीं बनाते, MP या MLA नहीं बनाते। जे बने हैं तो अस्तीफा दे दो, आफ्टर दैट तुसीं बन सकते हो। अगला पॉइंट हो गया बस नॉर्मली। ठीक है जी, योग्यतावां की है? उम्र दा मेन गल की दा क्वेश्चन आउंदा है, एज दा। राष्ट्रपति ते उपराष्ट्रपति लई घट तो घट 35 साल चाहिए है, लोक सभा लई घट तो घट 25 चाहिए है। लास्ट ते आपां कंपैरिजन भी करांगे, 5 उमरां याद रखणियां तुसीं, सारा काम उहदे नाल सर जी तुहाडा। अगली गल आपां करदे हां लोक सभा दे विच, दैट इज वेरी वेरी इंपॉर्टेंट कि लोक सभा दी चोण किवें कीती जांदी है, यह भी जरूरी है। साडे देश दे विच चोण दो ही तरीके नाल हुंदी है, इलैक्शन दो ही तरीके नाल हुंदी है, जां डायरैक्टली जां इनडायरैक्टली, प्रतख अप्रतख। आपां कह के हटे कि लोक सभा दे मैंबरां नूं असीं सिद्धे तौर ते वोटां पा के चुणदे हां, इट मीनस डायरैक्ट इलैक्शन है साडे कोल। लोक सभा दी चोण है जिहड़ी ओह प्रतख तौर ते कीती जांदी है, डायरैक्ट इलैक्शन दे थ्रू कीती जांदी है। और अडल्ट यूनीवर्सल अडल्ट फ्रेंचाइज दे बेसिस ते। इहदा की मतलब है? जिहड़ा भी बंदा साडे देश दे विच 18 प्लस है, जिहदा वोटर कार्ड बनया, वो जाके वोट पा के लोक सभा दे MP नूं चुन सकदा। याद रखोगे एक चीज होर, सीक्रेट बैलेट पुछदे ने, गुप्त मतदान, ओहदा मतलब की हुंदा है? इहनूं ना बालग
ਮਤ ਅਧਿਕਾਰ ਕਹਿੰਦੇ ਨੇ। यूनिवर्सल अडल्ट फ्रेंचाइजी की बोलते हो तुसी बालग मताधिकार, मतलब जो बंदा बालग हो गया 18+ हो गया, ही और शी कैन वोट। गुप्त मतदान सीक्रेट बैलेट होंगे, जो तुसी वोट पाउण जाते हो तो तुहाडी वोट तुसी किहनूं पा रहे हो कोई नहीं देख सकता, एक डब्बा जिहा बड़ा हुंदा। करंटली आपां वोटां पा के आए हां, सीक्रेटली तुसी आपदे जिहड़े रिप्रजेंटेटिव्स ने उन्हां नूं चुण सकदे होगे, कोई तुहाडे ते इस चीज़ दे लई देखूगा नहीं, तुहानूं मतलब किसी नूं दिखा के वोट पाउण दी लोड़ नहीं, किसी दे दबाव हेठ वोट पाउण दी लोड़ नहीं। ठीक है, ये चीज़ है। प्रत्यक्ष तौर पर बालग वोट अधिकार, बालग मत अधिकार के तहत गुप्त मतदान द्वारा की जाती है। जे असीं वोटिंग की गल करांगे, इत्थे एक इंपॉर्टेंट प्रश्न होर बनदा है। साडे देश दे विच मैं तुहानूं पहलां भी कराया सी, वैसे पहला वोट पाउण दी एज किन्नी हुंदी सी? 21 साल। हुण किन्नी हो गई? घट के 18 साल। किहड़ी सोध? किहड़ी सोध? 69वीं कि 61वीं कि 1999? बिल्कुल 61वीं सोध 1999, 61st अमेंडमेंट 1989 ਦੇ ਵਿੱਚ ਆਪਾਂ ਨੇ ਇਹ ਜਿਹੜੀ VOTING ਏਜ ਹੈ ਇਹ ਸਾਰੇ ਕਿਤੇ ਐਪਲੀਕੇਬਲ ਹੁੰਦਾ ਹੈ, ਕਿਉਂਕਿ ਵੋਟ ਜਿੱਥੇ ਜਿੱਥੇ ਵੀ ਅਸੀਂ ਪਾਉਨੇ ਆ ਉੱਥੇ ਉੱਥੇ ਅਸੀਂ 18 ਤੋਂ 21 ਤੋਂ ਘਟਾ ਕੇ ਕੀ ਕਰ ਲਿਆ? 18 ਸਾਲ ਕਰ ਲਿਆ। ਅਗਲੇ ਪੁਆਇੰਟ ਤੇ ਚੱਲਦੇ ਹਾਂ। ਜੇ ਆਪਾਂ ਗੱਲ ਕਰੀਏ ਲੋਕ ਸਭਾ ਦੇ ਕਾਰਜਕਾਲ ਦੀ, ਨਾਰਮਲੀ ਮੈਂ ਤੁਹਾਨੂੰ ਦੱਸਿਆ ਲੋਕ ਸਭਾ ਦਾ ਕਾਰਜਕਾਲ ਹੈ ਜਿਹੜਾ ਉਹ ਕਿੰਨੇ ਸਾਲ ਹੁੰਦਾ ਹੈ? 5 ਸਾਲ ਹੁੰਦਾ ਹੈ। पर एक अस्थाई सदन है, इनू समय तो पहला भंग कर सकते हैं अविश्वास का मता पास करके। ਇਹਦਾ टाइम टेन्यूर ਵਧਾਇਆ जा सकता सिर्फ 1 साल तक। 8 साल की लोक सभा नहीं बनावांगे, 6 साल की बना सकते हैं जो एमरजेंसी लगी है उदों। ਇਹਦੇ ਚ इंपोर्टेंट की है कार्यकाल ਦੇ ਵਿੱਚ ਸਾਡੇ ਪਹਿਲਾਂ ਲੋਕ ਸਭਾ ਦਾ कार्यकाल शुरू ਚ ਕਿੰਨਾ ਹੁੰਦਾ ਸੀ? 5। ਫਿਰ ਇੱਕ ਵਾਰੀ ਅਸੀਂ ਇਹਦਾ कार्यकाल ਕਿੰਨਾ ਕਰਤਾ? 6। ਫਿਰ ਦੁਬਾਰਾ ਅਸੀਂ ਇਹਦਾ कार्यकाल ਕਿੰਨਾ ਕਰਤਾ? 5। ਪ੍ਰੈਜ਼ੈਂਟ ਕਿੰਨਾ ਸਾਡਾ? 5। ਜਦੋਂ ਆਪਾਂ ਸ਼ੁਰੂ ਵਾਲੇ 5 ਤੋਂ ਵਧਾ ਕੇ 6 ਕੀਤਾ ਤਾਂ ਕੋਈ ਨਾ ਕੋਈ ਸੋਧ ਹੋਈ ਹੋਣੀ ਹੈ। ਕਿਹੜੀ ਸੋਧ ਨਾਲ ਅਸੀਂ ਕਾਰਜਕਾਲ ਨੂੰ ਵਧਾ ਕੇ 5 ਤੋਂ 6 ਕੀਤਾ ਸੀ? 42ਵੀਂ ਸੋਧ 1976। ਵੈਸੇ ਵਧਾਤਾ ਵੀ ਹੁਣ ਲੋਕ ਸਭਾ 5 ਸਾਲ ਦੇ ਨਹੀਂ 6 ਸਾਲ ਦੇ ਲਈ ਚਲਾਈ ਜਾਊਗੀ। ਪ੍ਰੈਜ਼ੈਂਟ ਸਾਡੇ ਦੁਬਾਰਾ 5 ਕਰਤਾ, ਫਿਰ 6 ਤੋਂ 5 ਕੀਤਾ, ਕਿਹੜੀ ਸੋਧ ਦੇ ਨਾਲ? 44ਵੀਂ ਸੋਧ 1978। ਇਹ ਯਾਦ ਰੱਖ ਲਿਓ ਮਾੜਾ ਜਿਹਾ, ਐਗਜ਼ਾਮੀਨਰ ਕਈ ਵਾਰੀ ਤੁਹਾਨੂੰ ਥੋੜਾ ਜਿਹਾ ਇਸ ਤਰੀਕੇ ਦਾ ਕੁਐਸਚਨ ਪੁੱਛ ਲੈਂਦਾ। ਬਿਲਕੁਲ ਜਿਹੜੇ ਬੱਚੇ ਆਨਸਰਸ ਕਰ ਰਹੇ ਨੇ ਇਹ ਨਾ ਤੁਹਾਡੇ ਲੋਕ ਸਭਾ ਦੇ ਕਨਸੈਪਟਸ, ਰਾਜ ਸਭਾ ਦੇ ਜੇ ਤੁਸੀਂ ਮੇਰੇ YouTube ਦੇ ਸਾਰੇ ਲੈਕਚਰ ਸੁਣੇ ਨੇ ਨਾ ਤਾਂ ਤੁਹਾਡੇ ਬਹੁਤ ਇੰਪੋਰਟੈਂਟਲੀ ਕਲੀਅਰ ਹੋਣਗੇ। ਉੱਥੇ ਮੈਂ ਇੰਨਾ ਐਕਸਪਲੇਨੇਟਰੀ ਰੱਖਿਆ ਹੈ, ਹਰ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੀਆਂ ਚੀਜ਼ਾਂ ਨੇ ਤੇ ਕਿਵੇਂ ਨੇ। ਠੀਕ ਹੈ, ਸੋ ਉੱਥੇ ਵੀ ਮਾੜਾ ਜਿਹਾ ਸੁਣ ਲਓ, ਦੈਟ ਇਜ਼ ਟੋਟਲੀ ਫ੍ਰੀ ਆਫ ਕਾਸਟ। ਇਹ ਚੀਜ਼ ਧਿਆਨ ਚ ਹੋਗੀ ਤੁਹਾਡੇ। ਹੁਣ ਆਪਾਂ ਗੱਲ ਕਰਦੇ ਹਾਂ ਸੀਟਾਂ ਦੀ, ਜਿਹੜਾ ਕਿ ਇੰਪੋਰਟੈਂਟਲੀ ਪੁੱਛਿਆ ਜਾਂਦਾ। ਲੋਕ ਸਭਾ ਦੇ ਸੀਟਾਂ ਦੀ ਵੰਡ ਕਿੱਥੋਂ ਕਿੰਨੀਆਂ ਸੀਟਾਂ, ਕਿਵੇਂ, ਕੀ ਚੀਜ਼ ਹੋਊਗੀ? ਦੋ ਤਰੀਕੇ ਨਾਲ। ਇੱਕ ਤਾਂ ਆਪਾਂ ਪੜਾਂਗੇ ਵੱਧੋ ਵੱਧ ਸੀਟਾਂ ਜਿਹਨੂੰ ਤੁਸੀਂ ਬੋਲ ਦਿੰਦੇ ਹੋ ਮੈਕਸਿਮਮ ਸੀਟਸ। ਇੱਕ ਆਪਾਂ ਪੜਾਂਗੇ ਅੱਗੇ ਜਾ ਕੇ ਪ੍ਰੈਜ਼ੈਂਟ ਸੀਟਸ ਕਿ ਕਿੰਨੀਆਂ ਨੇ। ਸਭ ਤੋਂ ਪਹਿਲਾਂ ਆਪਾਂ ਮੈਕਸਿਮਮ ਸੀਟਾਂ ਦੀ ਗੱਲ ਕਰਾਂਗੇ। ਜੇ ਆਪਾਂ ਕਹੀਏ ਤਾਂ ਸੀਟਾਂ ਦੀ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਚੀਜ਼ ਹੈ, ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਅਸੀਂ ਕਹਿੰਦੇ ਆ ਕਿ ਲੋਕ ਸਭਾ ਦੀਆਂ ਫਲਾਨੀ ਸਟੇਟ ਤੋਂ ਇੰਨੀਆਂ ਸੀਟਾਂ ਨੇ, ਫਲਾਨੀ ਜਗ੍ਹਾ ਤੋਂ ਇੰਨੀਆਂ ਨੇ, ਫਲਾਨੀ ਜਗ੍ਹਾ ਤੋਂ ਇੰਨੀਆਂ ਨੇ, ਫਿਰ ਆਪਾਂ ਗੱਲ ਕਰਦੇ ਹਾਂ ਰਾਜ ਸਭਾ ਤੋਂ ਇੰਨੀਆਂ ਨੇ, ਇੰਨੀਆਂ ਨੇ, ਇੰਨੀਆਂ ਨੇ। ਹਰੇਕ ਸਟੇਟ ਦੇ ਵਿੱਚ ਸੀਟਾਂ ਦੀ ਡਿਵੀਜ਼ਨ ਹੈ ਜਿਹੜੀ ਉਹ ਵੱਖਰੀ ਆ, ਕਿਸੇ ਜਗ੍ਹਾ ਤੇ ਕਿੰਨੀਆਂ, ਔਰ ਹਰੇਕ ਸਟੇਟ ਦੇ ਵਿੱਚੋਂ ਲੋਕ ਸਭਾ ਦੀਆਂ ਅੱਡ ਨੇ, ਰਾਜ ਸਭਾ ਦੀਆਂ ਅੱਡ ਨੇ। ਉਦਾਹਰਨ ਦੇ ਤੌਰ ਤੇ ਸਾਡੇ ਪੰਜਾਬ 'ਚ ਲੋਕ ਸਭਾ ਦੀਆਂ 13 ਨੇ, ਰਾਜ ਸਭਾ ਦੀਆਂ ਕਿੰਨੀਆਂ ਨੇ? 7 ਨੇ। ਇਹ ਜਿਹੜੀ ਸੀਟ ਡਿਵੀਜ਼ਨ ਹੈ ਇਹਦਾ ਬੇਸ ਕੀ ਰੱਖਿਆ ਜਾਂਦਾ ਹੈ? ਸਾਡੇ ਦੇਸ਼ ਦੇ ਵਿੱਚ ਹਰੇਕ ਰਾਜ ਦੀ ਜਨਸੰਖਿਆ, ਪਾਪੂਲੇਸ਼ਨ ਬੇਸ ਦੀ ਤੁਹਾਡੀ ਸੀਟ ਡਿਵੀਜ਼ਨ ਹੋਊਗੀ। ਪੇਪਰ 'ਚ ਕੁਐਸਚਨ ਪੁੱਛਿਆ ਜਾਂਦਾ ਹੈ, ਤੁਹਾਡੇ ਪੇਪਰ 'ਚ ਹੀ ਆਇਆ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਆਪਾਂ ਸਾਡੇ ਦੇਸ਼ ਦੇ ਵਿੱਚੋਂ ਵਿਧਾਨ ਸਭਾ 'ਚੋਂ, ਵਿਧਾਨ ਪ੍ਰੀਸ਼ਦ 'ਚੋਂ, ਲੋਕ ਸਭਾ 'ਚੋਂ, ਰਾਜ ਸਭਾ ਸੀਟ ਅਸਾਈਨਮੈਂਟ ਕਰਦੇ ਹਾਂ ਉਹਦਾ ਬੇਸ ਕੀ ਹੁੰਦਾ ਹੈ? ਪਾਪੂਲੇਸ਼ਨ ਹੁੰਦਾ, ਜਨਸੰਖਿਆ ਹੁੰਦਾ, ਏਰੀਆ ਨਹੀਂ ਹੁੰਦਾ। ਜੇ ਏਰੀਆ ਹੁੰਦਾ ਤਾਂ ਰਾਜਸਥਾਨ 'ਚੋਂ ਸਭ ਤੋਂ ਵੱਧ ਸੀਟਾਂ ਹੋਣੀਆਂ ਸੀ, ਕਿਉਂਕਿ ਏਰੀਆ ਪੱਖ ਤੋਂ ਰਾਜਸਥਾਨ ਇਜ਼ ਦਾ ਲਾਰਜੈਸਟ ਸਟੇਟ। ਜੇ ਆਪਾਂ ਦੇਖੀਏ ਯੂਪੀ 'ਚ ਜ਼ਿਆਦਾ ਨੇ, ਬਿਕਾਜ਼ ਯੂਪੀ ਪਾਪੂਲੇਸ਼ਨ ਦੇ ਪੱਖ ਤੋਂ ਸਭ ਤੋਂ ਵੱਡੀ ਸਟੇਟ ਹੈ, ਇਹ ਯਾਦ ਰੱਖੋ। ਹੁਣ ਕਿਸੇ ਵੀ ਸਟੇਟ ਦੀ ਜਿੰਨੀ ਪਾਪੂਲੇਸ਼ਨ ਆ ਉਹਦੇ ਅਕੋਰਡਿੰਗਲੀ ਉੱਥੋਂ ਦੀਆਂ ਸੀਟਾਂ ਡਿਵੀਜ਼ਨ ਹੁੰਦੀਆਂ ਨੇ। ਅਪਰੋਕਸੀਮੇਟ 10 ਤੋਂ 15 ਲੱਖ ਦੀ ਪਾਪੂਲੇਸ਼ਨ ਪਿੱਛੇ ਆਪਾਂ ਕਿੰਨੀਆਂ ਸੀਟਾਂ ਅਸਾਈਨ ਕਰਦੇ ਹਾਂ? 1। ਚਾਹੇ ਵਿਧਾਨ ਸਭਾ ਦੀ ਗੱਲ ਕਰ ਲਓ, ਚਾਹੇ ਲੋਕ ਸਭਾ ਜਾਂ ਰਾਜ ਸਭਾ ਦੀ ਗੱਲ ਕਰ ਲਓ, ਆਪਾਂ 10 ਲੱਖ ਵਾਲਾ ਪ੍ਰੋਵੀਜ਼ਨ ਅੰਗਰੇਜ਼ਾਂ ਵੇਲੇ ਦੀ ਫੋਲੋ ਕਰ ਰਹੇ ਹਾਂ ਕਿ ਇੱਕ ਸੀਟ ਆਪਾਂ 10 ਲੱਖ ਦੇ ਪਿੱਛੇ ਅਸਾਈਨ ਕਰੀ ਜਾਵਾਂਗੇ। ਠੀਕ ਹੈ, ਇਹ ਚੀਜ਼ ਯਾਦ ਰੱਖੋਗੇ। ਸੋ ਜਿਹੜੀ ਸਾਡੀ ਜਨਸੰਖਿਆ ਹੈ ਇਹ ਕਿਹਦੇ ਤੇ ਡਿਪੈਂਡ ਕਰਦੀ ਹੈ? ਜਨਗਣਨਾ ਤੇ, ਜਿਹਨੂੰ ਤੁਸੀਂ ਕੀ ਕਹਿ ਦਿੰਦੇ ਹੋ? ਸੈਂਸਸ ਕਹਿ ਦਿੰਦੇ ਹੋ। ਇਹਦਾ ਵੀ ਜ਼ਿਕਰ ਆਉਂਦਾ ਤੁਹਾਨੂੰ ਦੋ ਤਰੀਕੇ ਦੇ ਨਾਲ। ਸਾਡੇ ਦੇਸ਼ ਦੇ ਵਿੱਚ ਸੀਟਾਂ ਦੀ ਵੰਡ ਦਾ ਬੇਸ ਕੀ ਰਹੂਗਾ? ਪਾਪੂਲੇਸ਼ਨ, ਜਨਸੰਖਿਆ। ਜਿਹੜੀ ਜਨਸੰਖਿਆ ਉਹ ਅਸੀਂ ਕਿਹਦੇ ਕਰਕੇ ਕਰਦੇ ਹਾਂ? ਸੈਂਸਸ। ਹਰ 10 ਸਾਲ ਦੇ ਬਾਅਦ ਸਾਡੇ ਦੇਸ਼ ਦੇ ਵਿੱਚ ਕੀ ਕਰਾਈਆਂ ਜਾਂਦੀਆਂ ਨੇ? ਸੈਂਸਸ ਕਰਾਈਆਂ ਜਾਂਦੀਆਂ ਨੇ। ਜਦੋਂ ਅਸੀਂ ਪਹਿਲੀ ਵਾਰੀ ਆਜ਼ਾਦ ਹੋਏ ਸਾਡੀਆਂ ਸੈਂਸਸ ਹੋਈਆਂ 51, ਫਿਰ 61,
फिर 71, फिर 81, फिर 91, फिर 1 2000, फिर 2011 ਤੇ ਫਿਰ 2021 ਦਾ ਡੇਟਾ ਹਜੇ ਕਨਫਿਊਜ਼ਡ ਡੇਟਾ ਆ ਰਿਹਾ ਥੋੜਾ ਜਿਹਾ। ਠੀਕ ਹੈ, ਹੁਣ ਜਦੋਂ ਆਪਾਂ ਗੱਲ ਕਰਾਂਗੇ ਸੈਂਸਸ ਦੀ, ਇਹਦੀ ਇੰਪੋਰਟੈਂਸ ਕੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਸਾਡੇ ਦੇਸ਼ ਦੇ ਵਿੱਚ ਪਹਿਲਾਂ 552 ਸੀਟਾਂ ਅਸਾਈਨ ਕੀਤੀਆਂ ਗਈਆਂ ਸੀ ਲੋਕ ਸਭਾ ਦੀਆਂ, ਵੱਧ ਤੋਂ ਵੱਧ। ਮੈਂ ਵੱਧ ਤੋਂ ਵੱਧ ਦੀ ਗੱਲ ਕਰ ਰਹੀ ਹਾਂ, ਪ੍ਰੈਜ਼ੈਂਟ ਦੀ ਗੱਲ ਨਹੀਂ ਕਰ ਰਹੀ ਹੈਗੀ। ਵੱਧ ਤੋਂ ਵੱਧ ਸੀਟਾਂ ਰੱਖੀਆਂ ਗਈਆਂ 552, ਕਿਸ ਤੋਂ ਵਧਣਗੀਆਂ ਨਹੀਂ, ਪਰ ਆਪਾਂ 2 ਐਂਗਲੋ ਇੰਡੀਅਨ ਵਾਲਾ ਕਨਸੈਪਟ ਖਤਮ ਕਰਤਾ। ਕਿਹੜੀ ਸੋਧ ਦੇ ਨਾਲ? 134 ਸੰਵਿਧਾਨਕ ਸੋਧ 2020 ਆਪਾਂ ਬਿੱਲ ਪਾਸ ਕੀਤਾ। ਆਪਾਂ ਕਿਹਾ ਕਿ ਐਂਗਲੋ ਇੰਡੀਅਨ ਹੁਣ ਹੋਣਗੇ ਨਹੀਂ। ਸੋ ਜੇ ਆਪਾਂ ਪ੍ਰੈਜ਼ੈਂਟ ਸਿਨਾਰੀਓ ਦੇ ਅਕੋਰਡਿੰਗਲੀ ਦੇਖੀਏ, ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਕਿੰਨੀਆਂ ਰੱਖੀਆਂ ਗਈਆਂ ਨੇ? 550, ਜਿਹਦੀ ਕੋਈ ਵੰਡ ਨਹੀਂ। ਪਹਿਲਾਂ ਅਸੀਂ 2 ਆਧਾਰ ਤੇ ਵੰਡ ਕਰਦੇ ਸੀ ਕਿ ਕੁਝ ਚੁਣੇ ਹੋਣਗੇ, ਕੁਝ ਨਾਮਜ਼ਦ ਐਂਗਲੋ ਇੰਡੀਅਨ ਹੁੰਦੇ ਸੀ। ਹੁਣ ਆਪਾਂ ਪ੍ਰੋਵੀਜ਼ਨ ਹੀ ਖਤਮ ਕਰਤਾ। ਹੁਣ ਆਪਾਂ ਦੇਖਣਾ ਹੈ ਵੱਧ ਤੋਂ ਵੱਧ ਸੀਟਾਂ ਕਿੰਨੀਆਂ ਨੇ? 550 ਨੇ, ਜਿਹੜੀਆਂ ਕਿ ਚੁਣੇ ਹੋਏ ਮੈਂਬਰਾਂ ਦੇ ਨਾਲ ਹੀ ਭਰੀਆਂ ਜਾਣਗੀਆਂ, ਨਾਮਜ਼ਦ ਕੀਤੇ ਮੈਂਬਰ ਨਹੀਂ ਹੋਣਗੇ। ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ। ਫਿਰ ਆਪਾਂ ਅੱਗੇ ਜਾ ਕੇ ਇੱਕ ਚੀਜ਼ ਦੇਖਦੇ ਹਾਂ, ਸਾਡੇ ਦੇਸ਼ ਦੇ ਵਿੱਚ ਚੁਣੇ ਹੋਏ ਮੈਂਬਰ ਜਾਂ ਤਾਂ ਰਾਜਾਂ ਤੋਂ ਹੁੰਦੇ ਨੇ ਜਾਂ ਕਿਹਦੇ ਤੋਂ ਹੁੰਦੇ ਨੇ? ਯੂਟੀਜ਼ ਤੋਂ, ਕਿਉਂਕਿ ਸਾਡੇ ਦੇਸ਼ ਦਾ ਪ੍ਰਸ਼ਾਸਨਿਕ ਪ੍ਰਬੰਧ 2 ਟਰਮਸ ਦੇ ਵਿੱਚ ਹੈਂਡਲ ਕੀਤਾ ਜਾਂਦਾ ਹੈ, ਜਾਂ ਤਾਂ ਅਸੀਂ ਸਟੇਟਸ ਬਣਾਏ ਨੇ ਜਾਂ ਅਸੀਂ ਯੂਟੀਜ਼ ਬਣਾਏ ਨੇ। ਜੇ ਆਪਾਂ ਗੱਲ ਕਰੀਏ ਰਾਜ ਸਭਾ ਦੀਆਂ ਵੱਧ ਤੋਂ ਵੱਧ 530 ਸੀਟਾਂ ਕਿਹਦੇ ਤੋਂ ਹੋਣਗੀਆਂ? ਰਾਜਾਂ ਤੋਂ, ਤੇ ਵੱਧ ਤੋਂ ਵੱਧ 20 ਸੀਟਾਂ ਕਿਹਦੇ ਤੋਂ ਹੋਣਗੀਆਂ? ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ। ਦਿਸ ਇਜ਼ ਇੰਪੋਰਟੈਂਟ। ਤੁਹਾਨੂੰ ਪੁੱਛਿਆ ਜਾਊ, ਤੁਹਾਨੂੰ ਪ੍ਰੈਜ਼ੈਂਟ ਵੀ ਪੁੱਛਿਆ ਜਾਊ, ਮੈਕਸਿਮਮ ਵੀ ਪੁੱਛਿਆ ਜਾਊ ਕਿ ਭਾਈ ਫਲਾਣੀ ਜਗ੍ਹਾ ਤੇ ਜਾਂ ਕਿਸ ਤਰੀਕੇ ਦੀਆਂ ਜਿਹੜੀਆਂ ਸਾਡੀਆਂ ਸੀਟਾਂ ਦੀ ਡਿਵੀਜ਼ਨ ਵੱਧ ਤੋਂ ਵੱਧ ਰਾਜਾਂ ਨੂੰ ਦਿੱਤੀ ਗਈ ਹੈ, ਜਾਂ ਕਿਸ ਤਰੀਕੇ ਦੀ ਸਾਡੀ ਸੀਟਾਂ ਦੀ ਡਿਵੀਜ਼ਨ ਵੱਧ ਤੋਂ ਵੱਧ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀ ਗਈ ਹੈ। ਅਗਲਾ ਪੁਆਇੰਟ ਇੰਪੋਰਟੈਂਟ ਕੀ ਹੈ, ਥੋੜਾ ਜਿਹਾ ਇਹਨੂੰ ਦੇਖੋ। ਸਾਡੇ ਦੇਸ਼ ਦੇ ਵਿੱਚ ਵੱਧ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ 550 ਹੋਣਗੀਆਂ। ਇਹਨੂੰ ਅਸੀਂ ਇੱਕ ਤਰੀਕ ਤੱਕ ਫਿਕਸ ਕਰਤਾ। ਉਹ ਤਰੀਕ ਕਿਹੜੀ ਹੈ? 2026। ਇਹ ਤੁਹਾਡੇ ਲਈ ਕੁਐਸਚਨ ਬਣਦਾ ਕਿ ਲੋਕ ਸਭਾ ਰਾਜ ਸਭਾ ਜੋ ਵੀ ਸੀਟਾਂ ਨੇ ਵੱਧ ਤੋਂ ਵੱਧ 2026 ਕਿਹੜੇ ਸਾਲ ਤੱਕ ਫਿਕਸ ਕੀਤੀਆਂ ਨੇ? 2026 ਤੱਕ ਫਿਕਸ ਕੀਤੀਆਂ ਨੇ। ਹੁਣ ਇੱਕ ਚੀਜ਼ ਹੋਰ, ਜਦੋਂ ਆਪਾਂ ਆਪਣੇ ਦੇਸ਼ ਦੇ ਵਿੱਚ ਕੋਈ ਫਿਕਸੇਸ਼ਨ ਕਰਦੇ ਆ ਤਾਂ ਕਿਸੇ ਸੋਧ ਨਾਲ ਕਰਦੇ ਆ, ਅਮੈਂਡਮੈਂਟ ਨਾਲ ਕਰਦੇ ਆ। ਕਿਹੜੀ ਸੋਧ ਨੇ ਸਾਡੇ ਦੇਸ਼ ਦੇ ਵਿੱਚ ਸੀਟਾਂ ਨੂੰ 2026 ਤੱਕ ਮੈਕਸ ਫਿਕਸ ਕਰਤਾ? ਕਿਹੜੀ ਸੋਧ ਦੇ ਨਾਲ? 84ਵੀਂ ਸੋਧ 2001 ਦੇ ਤਹਿਤ। ਯਾਦ ਰੱਖੋਗੇ, ਇੰਪੋਰਟੈਂਟ ਹੈ। ਸੋਧ 2001 ਦੇ ਤਹਿਤ ਹੋ ਗਿਆ ਕੰਮ। ਹੁਣ ਜੇ ਆਪਾਂ ਗੱਲ ਕਰੀਏ, ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਵੀ ਸੀਟਾਂ ਦੀ ਅਸਾਈਨਮੈਂਟ ਹੈ ਉਹ ਜਨ ਸੰਖਿਆ ਦੇ ਆਧਾਰ ਤੇ ਰੱਖੀ ਜਾਂਦੀ ਹੈ। ਜਨ ਸੰਖਿਆ ਦਾ ਬੇਸ ਕੀ ਹੈ? ਜਨਗਣਨਾ। ਜਦੋਂ ਅਸੀਂ ਸ਼ੁਰੂ ਦੀ ਗੱਲ ਕਰਦੇ ਹਾਂ, ਸਾਡੀਆਂ ਲੋਕ ਸਭਾ ਦੀਆਂ ਸੀਟਾਂ 530, ਫਿਰ ਉਸ ਤੋਂ ਬਾਅਦ ਵਧੀਆਂ, ਫਿਰ 545 ਹੋਈਆਂ, ਫਿਰ 552 ਕਰੀਆਂ, 550 552 ਵਾਲਾ ਕਨਸੈਪਟ ਆਇਆ। ਹੁਣ ਇਹ ਕਿਹੜੀ ਜਨਸੰਖਿਆ ਤੋਂ ਬਾਅਦ ਜਾਂ ਕਿਹੜੀ ਜਨਗਣਨਾ, ਕਿਹੜੇ ਸੈਂਸਸ ਤੋਂ ਬਾਅਦ ਵਧੀਆਂ ਨੇ? ਲੇਟੈਸਟ ਕਿਹੜੀ ਜਨਗਣਨਾ ਦੇ ਆਧਾਰ ਤੇ ਅਸੀਂ 550 ਫਿਕਸ ਕੀਤੀਆਂ ਨੇ? ਤਾਂ ਤੁਹਾਡਾ ਆਨਸਰ ਕੀ ਆਊਗਾ? 1971। ਜਿਹੜੀਆਂ ਸਾਡੀਆਂ ਲੋਕ ਸਭਾ ਦੀਆਂ ਸੀਟਾਂ ਵੱਧ ਤੋਂ ਵੱਧ 550 ਹੋਣਗੀਆਂ, ਇਹਦਾ ਆਧਾਰ ਕਿਹੜੇ ਸੈਂਸਸ ਨੇ? 71 ਵਾਲੇ ਸੈਂਸਸ ਨੇ। ਮਤਲਬ ਅਸੀਂ 81 ਚ ਜਨਗਣਨਾ ਤਾਂ ਕੀਤੀ ਪਰ ਸਾਨੂੰ ਲੋੜ ਨਹੀਂ ਪਈ, ਫਿਰ 91 ਚ ਜਨਗਣਨਾ ਕੀਤੀ, ਸਾਨੂੰ ਵਧਾਉਣ ਦੀ ਲੋੜ ਨਹੀਂ ਪਈ। 2001 ਦੀ ਜਨਗਣਨਾ ਦੇ ਵਿੱਚ ਅਸੀਂ ਆ ਸੋਧ ਹੀ ਕਰਤੀ ਕਿ ਇਹਨੂੰ ਫਿਕਸ ਰੱਖਾਂਗੇ, ਵਾਰੀ-ਵਾਰੀ ਬਦਲਾਂਗੇ। ਸਿੰਪਲ ਈਜ਼ੀ, ਠੀਕ ਹੈ। ਸੋ ਇਹਦਾ ਧਿਆਨ ਰੱਖਣਾ ਹੈਗਾ। ਹੁਣ ਆਪਾਂ ਗੱਲ ਕਰਾਂਗੇ ਕਿ 530 ਸੀਟਾਂ ਰਾਜਾਂ ਨੂੰ ਦਿੱਤੀਆਂ ਗਈਆਂ ਤੇ 20 ਸੀਟਾਂ ਯੂਟੀਜ਼ ਨੂੰ ਦਿੱਤੀਆਂ ਗਈਆਂ, ਵੱਧ ਤੋਂ ਵੱਧ। ਇਹਦੋਂ ਘਟਣ ਜਿੰਨੀਆਂ ਮਰਜ਼ੀ, ਇਸ ਤੋਂ ਇੱਕ ਵੀ ਵਧੂਗੀ ਨਹੀਂ। ਹੁਣ ਆਪਾਂ ਗੱਲ ਕਰਾਂਗੇ ਪ੍ਰੈਜ਼ੈਂਟ ਸੀਟਾਂ ਦੀ ਕਿ ਭਾਰਤ ਦੇ ਵਿੱਚ ਪ੍ਰੈਜ਼ੈਂਟ ਸਿਨਾਰੀਓ ਕੀ ਹੈ ਲੋਕ ਸਭਾ ਦਾ। 543 ਸੀਟਾਂ, 545 ਸੀ, 2 ਐਂਗਲੋ ਇੰਡੀਅਨ ਵਾਲੀਆਂ ਚੱਕਤੀਆਂ। 543 530 ਰਾਜਾਂ ਕੋਲੇ ਨੇ, 13 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲੇ ਨੇ। ਸਿੰਪਲ, ਠੀਕ ਹੈ ਜੀ, ਬਿਲਕੁਲ ਮਨਜੂਰ। 543 530 यूटी, 13 केंद्र शासित प्रदेश, बिल्कुल सही है। ये भी बदलणगे पर अजे नहीं बदलणगे, ठीक है। सो 530 राज्यां दी जदों आपां सीटां दी गल करदे हां, प्रेजेंट आ 28 राज ने, 28 राज्यां दे विचों ਅੱਡ-ਅੱਡ ਸਟੇਟ ਰਿਪਰੈਜ਼ੈਂਟੇਟਿਵਸ ਨੇ, ਅਲੱਗ-ਅਲੱਗ ਜਗ੍ਹਾ ਤੋਂ ਸੀਟਾਂ ਨੇ। ਪੰਜਾਬ ਤੋਂ 13 ਨੇ, ਯੂਪੀ 80 ਨੇ, ਹਰੇਕ ਜਗ੍ਹਾ ਤੋਂ ਵੱਖਰੀਆਂ ਨੇ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ। ਔਰ ਜੇ ਆਪਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗੱਲ ਕਰੀਏ 13 ਨੇ।
ਹੁਣ ਇੱਕ ਇੰਪॉर्टेंट क्वेश्चन कई बार ਤੁਹਾਨੂੰ ਗਵਾਂਢੀ ਸਟੇਟਸ ਦਾ ਪੁੱਛ ਲੈਂਦੇ ਨੇ ਕਿ ਫਲਾਣੇ ਥਾਂ ਕਿੰਨੀਆਂ ਲੋਕ ਸਭਾ ਦੀਆਂ ਸੀਟਾਂ ਨੇ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਸਟੇਟ ਬਾਰੇ ਪਤਾ ਹੋਵੇ। ਪੰਜਾਬ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚੋਂ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਨੇ? 13 ਨੇ। ਸਿੰਪਲ ਈਜ਼ੀ ਪੁੱਛ ਸਕਦੇ ਨੇ। ਕਰੰਟਲੀ ਇਲੈਕਸ਼ਨ ਹੋ ਕੇ ਹਟੀ ਹੈ। ਇਸ ਤੋਂ ਬਿਨਾ ਹੋਰ ਜੇ ਆਪਾਂ ਗੱਲ ਕਰੀਏ ਰਾਜਸਥਾਨ ਤੋਂ ਕਿੰਨੀਆਂ ਨੇ? 25। ਰਾਜਸਥਾਨ ਤੋਂ ਕਿੰਨੀਆਂ ਨੇ? ਲਿਖ ਲਓ ਇਹਨੂੰ ਮਾੜਾ ਮੋਟਾ, 25 ਸੀਟਾਂ ਨੇ। ਹਰਿਆਣੇ ਤੋਂ ਕਿੰਨੀਆਂ ਨੇ? ਹਾਂਜੀ ਕਿੰਨੀਆਂ? 10। ਹਰਿਆਣਾ ਤੋਂ ਕਿੰਨੀਆਂ ਨੇ? 10। पेपर च क्वेश्चन आया ਤੁਹਾਡੇ। ठीक है, हरियाणा गुआंढी राज्यां ਦੀਆਂ ਤਾਂ ਕਰੂੰਗੀ 10 ਨੇ। हिमाचल तो कोई दसूगा किन्नियां ने? 4। हिमाचल तो किन्नियां ने? 4। बिल्कुल रमन, बिल्कुल सही है। हिमाचल तो ਜਾਂਦੀਆਂ ਨੇ ਤੁਹਾਡੀਆਂ 4 ਸੀਟਾਂ। देखो ये चारे ਤਾਂ ਤੁਸੀਂ ਕਰੋਗੇ ਕਿਉਂਕਿ ਆਪਣੀ ਹੱਦਬੰਦੀ ਲੱਗਦੀ ਹੈ ਤਿੰਨੋਂ ਸਟੇਟਸ ਨਾਲ। ਪੁੱਛਿਆ ਜਾਂਦਾ ਹਰਿਆਣੇ ਦਾ ਤੁਹਾਨੂੰ ਪੁੱਛਿਆ ਜਾਂਦਾ। ਹੁਣ ਆਪਾਂ ਨੂੰ ਕਈ ਵਾਰੀ ਕੁਐਸਚਨ ਪੁੱਛ ਲੈਂਦੇ ਨੇ ਕਿ ਵੱਧ ਤੋਂ ਵੱਧ ਸੀਟਾਂ ਕਿਹੜੀ ਸਟੇਟ ਚੋਂ ਨੇ? ਸਭ ਤੋਂ ਵੱਧ ਪਾਪੂਲੇਸ਼ਨ ਕਿੱਥੋਂ ਦੀ ਹੈ? ਯੂਪੀ। ਤਾਂ ਪਾਪੂਲੇਸ਼ਨ ਆਧਾਰ ਤੇ ਸਭ ਤੋਂ ਵੱਧ ਸੀਟਾਂ ਵੀ ਕਿੱਥੋਂ ਹੋਣੀਆਂ? ਯੂਪੀ ਚੋਂ। ਕਿੰਨੀਆਂ? 80। ਮੈਕਸਿਮਮ ਸੀਟਸ ਲੋਕ ਸਭਾ ਦੀਆਂ ਜਾਂਦੀਆਂ ਯੂਪੀ ਚੋਂ, दैट इज 80। ठीक है, ਹੋਰ ਦੇਖ ਲਓ ਮਾੜੀਆਂ ਮੋਟੀਆਂ ਯੂਪੀ ਚੋਂ 80 ਜਾਂਦੀਆਂ ਨੇ। ਹੋਰ ਕੋਈ ਸਟੇਟ ਦੀਆਂ ਵੈਸੇ ਕੋਈ ਲੋੜ ਨਹੀਂ ਹੈਗੀ, ਛੱਡ ਵੀ ਸਕਦੇ ਤੁਸੀਂ। ਮਹਾਰਾਸ਼ਟਰ ਦੇ ਵਿੱਚੋਂ 48 ਨੇ, ਵੈਸਟ ਬੰਗਾਲ ਦੇ ਵਿੱਚੋਂ 42 ਨੇ, ਬਿਹਾਰ ਚੋਂ 40 ਨੇ, ਤਾਮਿਲਨਾਡੂ ਚੋਂ 39 ਨੇ। ਠੀਕ ਹੈ, ਬਟ ਤੁਹਾਨੂੰ ਤੁਹਾਡੇ ਗੁਆਂਢੀ ਰਾਜਾਂ ਦੀਆਂ ਜ਼ਿਆਦਾ ਇੰਪੋਰਟੈਂਟ ਨਹੀਂ, ਹੋਰ ਆਪਾਂ ਨੂੰ ਨਹੀਂ ਪੁੱਛਿਆ ਜਾਂਦਾ। ਹੁਣ ਆਪਾਂ ਗੱਲ ਕਰਦੇ, ਇਹ ਹੋ ਗਈ ਰਾਜਾਂ ਦੇ ਡਿਵੀਜ਼ਨ, ਰਾਜਾਂ ਚੋਂ ਕਿੱਥੋਂ ਕਿੰਨੀਆਂ ਸੀਟਾਂ ਨੇ ਇੰਪੋਰਟੈਂਟਲੀ। ਹੁਣ ਆਪਾਂ ਮਿਨੀਮਮ ਦੀ ਗੱਲ ਕਰਦੇ ਹਾਂ। ਰਾਜਾਂ ਦੇ ਵਿੱਚੋਂ ਮੈਕਸ ਹੋ ਗਈਆਂ ਯੂਪੀ। ਰਾਜਾਂ ਦੇ ਵਿੱਚੋਂ ਮਿਨੀਮਮ ਸੀਟਾਂ ਕਿਹੜੇ ਸਟੇਟ ਚੋਂ ਨੇ? ਠੀਕ ਹੈ, ਸਿਰਫ ਇੱਕ ਸੀਟ ਆ, ਸਿਰਫ ਇੱਕ ਸੀਟ ਆ। ਕਿੱਥੋਂ ਕਿੱਥੋਂ ਆ ਇਹ ਤੁਸੀਂ ਲਿਖੋ, ਸਿੱਕਿਮ, ਨਾਗਾਲੈਂਡ, ਮਿਜ਼ੋਰਮ। ਸਿੰਗਲ ਸੀਟ ਆ, ਮਿਨੀਮਮ ਸੀਟ ਆ। ਸਿੱਕਿਮ, नागालैंड, मिजोरम। 1 1 1। कई बार पेयरिंग च पूछ लेंगे, कई बार कली कली। गोवा दे विच ज्यादा नहीं, गोवा दे विच लोक सभा दी ज्यादा सीटां नहीं। ठीक है, नहीं सिक्किम, नागालैंड, मिजोरम तो नहीं है। एक कन्फर्म्ड है, वो राज सभा दी है जिहड़ी तुसीं कह रहे हो, राज सभा दी। डन हो गया सारिਆਂ ਦਾ। ठीक है, ਹੁਣ ਆਪਾਂ ਗੱਲ ਕਰਦੇ ਆਂ ਯੂਪੀਜ਼ ਦੇ ਵਿੱਚੋਂ ਜਿਹੜੀਆਂ 13 ਸੀਟਾਂ ਨੇ ਉਹ ਕਿੱਥੋਂ ਕਿੰਨੀਆਂ ਨੇ। ਠੀਕ ਹੈ, ਯੂਟੀ ਦੇ ਵਿੱਚੋਂ ਸਭ ਤੋਂ ਵੱਧ ਸੀਟਾਂ ਦਿੱਲੀ ਤੋਂ ਨੇ। ਮੈਕਸਿਮਮ ਸੀਟਾਂ ਲੋਕ ਸਭਾ ਦੀਆਂ ਕਿੱਥੋਂ ਨੇ? ਦਿੱਲੀ ਤੋਂ, दैट इज 7। ਇਹ ਯਾਦ ਰੱਖਣਾ। ਹੁਣ ਆਪਾਂ ਥੋੜਾ ਜਿਹਾ ਵਧਾ ਵੀ ਕੀਤਾ, ਵਧਾਈਆਂ ਵੀ ਸੀਟਾਂ ਨਹੀਂ ਹੈ। ਕਿਉਂ ਵਧਾਈਆਂ ਨੇ? ਕਿਉਂਕਿ ਅਸੀਂ ਜੰਮੂ ਕਸ਼ਮੀਰ ਨੂੰ ਕਿਹਦੇ ਚ ਐਡ ਕਰਤਾ? ਯੂਟੀ ਚ ਐਡ ਕਰਤਾ। ਜੰਮੂ ਕਸ਼ਮੀਰ ਤੋਂ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ ਦੱਸਿਓ ਭਾਈ? 5। ठीक है, ये एक्सैप्शन है, ये अगे जाके जो वोटां पैणगियां उदों इंप्लीमेंट होणगियां। एक आपां लद्दाख ऐड कीता, लद्दाख तो लोक सभा की सीट कितनी है? 1, क्योंकि लद्दाख च विधान सभा विधान सभा का लिस्ट का कॉन्सैप्ट ही नहीं होना। ठीक है, बाकी दे जिन्ने भी यूटीज रह गए, जे आपां चंडीगढ़ की गल करिए 1 सीट आ, अंडेमान निकोबार की गल करिए 1 सीट है। हुण दमन दीव ते दादर नगर हवेली इकट्ठे करते, दोनों की 1+1 होके कितनियां बन गई? 2। पहला एक होंदी सी। ठीक है, ਹੁਣ ਅੱਗੇ ਕੀ ਰਹਿ ਗਿਆ ਤੁਹਾਡਾ? ਲਕਸ਼ਦੀਪ ਹੋ ਗਿਆ, ਚੰਡੀਗੜ੍ਹ, ਪੁਡੂਚੇਰੀ 1 ਹੈ। ਜਿੰਨੇ ਪੈਂਡਿੰਗ ਯੂਟੀ 1 ਨੇ। ਸਿਰਫ J&K ਤੋਂ 5 ਨੇ, ਦਿੱਲੀ ਤੋਂ ਮੈਕਸਿਮਮ ਨੇ, दैट इज 7। ਇਹ ਯਾਦ ਰੱਖੋ। ਠੀਕ ਹੈ, ਚਲੋ ਜੀ, ਸੀਟਾਂ ਦੀ ਅਸਾਈਨਮੈਂਟ ਹੋ ਗਈ। ਐਂਗਲੋ ਇੰਡੀਅਨ ਨਹੀਂ ਰਹੇ। 134 ਸੰਵਿਧਾਨਕ ਸੋਧ ਦੇ ਤਹਿਤ ਐਂਗਲੋ ਇੰਡੀਅਨ ਨੂੰ ਆਪਾਂ ਮਿਟਾਤਾ, खत्म करता, हुण नहीं होंगे। ਇਹਦੇ ਨਾਲ ਹੀ ਜਿਹੜਾ ਆਪਣਾ ਅਗਲਾ ਟੌਪਿਕ ਬਣਦਾ ਹੈ ਉਹ ਬਣਦਾ ਹੈ ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨ ਵਾਲੇ ਸਪੀਕਰ ਤੇ ਡਿਪਟੀ ਸਪੀਕਰ ਦਾ। ਇਹਦੇ ਵਿੱਚ ਹੀ ਨਿਬੇੜ ਦੇਣਾ ਆਪਾਂ। ਠੀਕ ਹੈ, ਚਲੋ ਬਣਾਓ ਹੈਡਿੰਗ, ਸਪੀਕਰ ਤੇ ਡਿਪਟੀ ਸਪੀਕਰ। क्वेश्चन वाधू ने ਤੁਹਾਡੇ ਲੋਕ ਸਭਾ ਰਾਜ ਸਭਾ ਦੇ, ਬਹੁਤ ਜ਼ਿਆਦਾ क्वेश्चन ਬਣਦੇ ਨੇ। ठीक है, सारे क्वेश्चन ਦੇ ਵਿੱਚ ਸੌਖੇ ਵੀ ਬਹੁਤ ਪਾਏ ਨੇ ਤੇ ਮੈਂ ਔਖੇ ਵੀ ਬੜੇ ਵਧੀਆ ਪਾਏ ਨੇ। ਉੱਥੋਂ ਆਪਾਂ ਹੋਰ ਵੀ ਢੰਗ ਨਾਲ ਇਹ ਚੀਜ਼ ਕਰਾਂਗੇ। ਸਪੀਕਰ ਤੇ ਡਿਪਟੀ ਸਪੀਕਰ ਦਾ ਸਬੰਧ ਲੋਕ ਸਭਾ ਨਾਲ ਹੈ। ਪਹਿਲੀ ਗੱਲ ਤਾਂ ਸਪੀਕਰ ਤੇ ਡਿਪਟੀ ਸਪੀਕਰ ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦੇ ਨੇ ਔਰ ਉੱਥੋਂ ਦੇ ਐਮਪੀ ਹੁੰਦੇ ਨੇ, ਤਾਂ ਆਪਾਂ ਇਹਨਾਂ ਨੂੰ ਨਾਲ ਪੜਾਂਗੇ। ਆਰਟੀਕਲ ਇਹਨਾਂ ਦਾ ਆਉਂਦਾ ਹੈ ਜੀ ਸਾਡਾ 93। ਆਰਟੀਕਲ 93 ਕਹਿੰਦਾ ਕਿ ਲੋਕ ਸਭਾ ਦੀ ਬੈਠਕ ਦੀ ਪ੍ਰਧਾਨਗੀ ਕਰਨ ਵਾਸਤੇ ਸਪੀਕਰ ਤੇ ਡਿਪਟੀ ਸਪੀਕਰ ਦੀ
अपॉइंटमेंट की जाऊगी। ठीक है, हुण एक चीज ध्यान च रखनी है स्पीकर ते डिप्टी स्पीकर नूं लैके कि जिहड़ा साडा स्पीकर ते डिप्टी स्पीकर है दोनों ही लोक सभा दे MP हुंदे ने, कोई बाहरली अथॉरिटी नहीं हुंदी कदे भी। ठीक है, ये लोक सभा दे MP हुंदे ने, ये याद रखोगे। और एक चीज, स्पीकर ते डिप्टी स्पीकर नूं चुणदा कौन आ? ठीक है, पहली गल तो इन्हां दी इलैक्शन नहीं हुंदी। इलैक्शन नामजद तुहानूं अड्ड ना वरते जाणगे। एक तुहानूं शब्द वरत्या जांदा इलैक्शन, एक तुहाडा शब्द वरत्या जांदा अपॉइंटमेंट, एक शब्द वरत्या जांदा सिलैक्शन, एक शब्द वरत्या जांदा नॉमीनेशन। साडे संविधान च 4 तरीके नाल ਜਿਹੜੇ ਅਹੁਦੇ ਨੂੰ ਚੁਣੇ ਜਾਂਦੇ ਨੇ। ਇਲੈਕਸ਼ਨ ਵੋਟ ਪਾ ਕੇ, ਚਾਹੇ ਡਾਇਰੈਕਟਲੀ ਹੋਵੇ ਚਾਹੇ ਇਨਡਾਇਰੈਕਟਲੀ ਹੋਵੇ। ਆਪਾਂ ਕਹਿੰਦੇ MP ਇਲੈਕਟ ਹੁੰਦੇ ਨੇ ਤੇ ਰਾਸ਼ਟਰਪਤੀ ਵੀ ਇਲੈਕਟ ਹੁੰਦਾ, ਉਪ ਰਾਸ਼ਟਰਪਤੀ ਵੀ ਇਲੈਕਟ ਹੁੰਦਾ, ਚੁਣਿਆ ਹੋਇਆ ਹੁੰਦਾ ਵੋਟ ਪਾ ਕੇ। ਅਪਾਇੰਟਮੈਂਟ ਨਿਯੁਕਤੀ ਹੈ, ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ, ਅਪਾਇੰਟਮੈਂਟ ਕਹਿੰਦੇ ਨੇ। ਰਾਸ਼ਟਰਪਤੀ ਰਾਜਪਾਲ ਦੀ ਨਿਯੁਕਤੀ ਕਰਦਾ, ਅਪਾਇੰਟਮੈਂਟ ਕਹਿ ਰਹੇ ਨੇ। ਰਾਸ਼ਟਰਪਤੀ ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀ ਕਰਦਾ, ਅਪਾਇੰਟਮੈਂਟ ਕਹਿੰਦੇ ਨੇ। ਇੱਕ ਜਗ੍ਹਾ ਮੈਂ ਸਿਲੈਕਸ਼ਨ ਸ਼ਬਦ ਦੇਖਿਆ ਜਿਹੜਾ ਕਿ ਸਪੀਕਰ ਲਈ ਵਰਤਿਆ ਗਿਆ ਸੀ ਕਿ ਸਦਨ ਦੇ ਮੈਂਬਰ ਆਪਣੇ ਵਿੱਚੋਂ ਹੀ ਬਹੁਮਤ ਦੇ ਨਾਲ ਇੱਕ ਬੰਦੇ ਨੂੰ ਸਿਲੈਕਟ ਕਰਦੇ ਨੇ ਫॉर द ਪੋਜੀਸ਼ਨ ਆਫ ਸਪੀਕਰ ਤੇ ਇੱਕ ਨੂੰ ਸਿਲੈਕਟ ਕਰਦੇ ਨੇ ਫॉर द ਪੋਜੀਸ਼ਨ ਆਫ ਡਿਪਟੀ ਸਪੀਕਰ। ਇਹ ਯਾਦ ਰੱਖੋ। ਹਮੇਸ਼ਾ ਹੀ ਜਦੋਂ ਅਸੀਂ ਲੋਕ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਦੀ ਗੱਲ ਕਰਦੇ ਹਾਂ, ਇਹਨਾਂ ਦੀ ਸਿਲੈਕਸ਼ਨ ਹੁੰਦੀ ਹੈ। ਸਿਲੈਕਟ ਕਰ ਲੈਂਦੇ ਆਪਣੇ ਕੋਲ ਬਹੁਤੇ ਸਾਰੇ ਬੰਦੇ ਨੇ, 543 ਬੰਦੇ ਨੇ ਲੋਕ ਸਭਾ ਦੇ ਵਿੱਚ। ਬਹੁਮਤ ਵਾਲੀ ਪਾਰਟੀ ਕੋਸ਼ਿਸ਼ ਕਰਦੀ ਹੈ ਜਿਹੜਾ ਸਪੀਕਰ ਆ ਉਹ ਬਹੁਮਤ ਵਾਲੀ ਪਾਰਟੀ ਚ ਹੁੰਦਾ। ਮੈਜੋਰਿਟੀ ਕਿਉਂ ਬਣਾਊਗੀ ਕਿਸੇ ਹੋਰ ਬੰਦੇ ਨੂੰ ਸਪੀਕਰ? ਤੇ ਜੇ ਆਪਾਂ ਡਿਪਟੀ ਸਪੀਕਰ ਦੇਖਿਓ ਜ਼ਿਆਦਾਤਰ ਉਹ ਹੁੰਦਾ ਆਪੋਜੀਸ਼ਨ ਪਾਰਟੀ ਚ ਹੁੰਦਾ, ਜ਼ਿਆਦਾਤਰ ਕੋਸ਼ਿਸ਼ ਕੀਤੀ ਜਾਂਦੀ ਹੈ। ਸੰਵਿਧਾਨ ਚ ਲਿਖਿਆ ਨਹੀਂ ਜਾਂਦਾ ਕਿ ਉਹ ਆਪੋਜੀਸ਼ਨ ਚ ਹੋਊਗਾ, ਪਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨੂੰ ਆਪੋਜੀਸ਼ਨ ਚ ਬੁਲਾਇਆ ਜਾਂਦਾ ਫॉर ਕ੍ਰੀਏਟਿੰਗ ਦਾ ਬੈਲੈਂਸ ਇਨ ਹਾਊਸ। ਠੀਕ ਹੈ, ਅਗਲੀ ਚੀਜ਼ ਜਿਹੜੀ ਕਿ ਇੰਪੋਰਟੈਂਟ ਹੈ, ਜਿੱਥੇ ਤੁਸੀਂ ਕਨਫਿਊਜ਼ ਹੁੰਦੇ ਹੋ ਕਿ ਸਪੀਕਰ ਓਥ ਲੈਂਦਾ ਕਿ ਨਹੀਂ ਲੈਂਦਾ। ਲੈਂਦਾ ਹੀ, ਕਿਉਂਕਿ ਉਹ MP ਹੁੰਦਾ, ਆਲਰੇਡੀ MP ਓਥ ਲੈ ਕੇ ਹੀ ਬਣਦਾ। ਸੋ ਸਪੀਕਰ ਦੇ ਅਹੁਦੇ ਦੀ ਸਹੁੰ ਅੱਡ ਤੋਂ ਨਹੀਂ ਚੱਕੀ ਜਾਂਦੀ। ਕਈ ਆਪਦੇ ਉੱਤਰ ਬਣਾ ਲੈਂਦੇ ਆਪਾਂ ਕਿ ਸਪੀਕਰ ਲੋਕ ਸਭਾ ਦੇ ਸਪੀਕਰ ਸਾਹਮਣੇ, ਡਿਪਟੀ ਸਪੀਕਰ ਸਾਹਮਣੇ ਚੁੱਕਦਾ, ਆਪਦੇ ਹੀ ਬਣ ਜਾਂਦਾ ਕਨਸੈਪਟ ਹਨ। ਮਤਲਬ ਉੱਥੇ ਤੁਹਾਡਾ ਇੰਨਾ ਦਿਮਾਗ ਘੁੰਮਿਆ ਹੋਊਗਾ, ਬਹੁਤ ਸਾਰੀਆਂ ਚੀਜ਼ਾਂ ਹੋਈਆਂ ਪੜ੍ਹੀਆਂ ਜਿਹੜੀਆਂ ਕਿਤੇ ਲਿਖੀਆਂ ਸੁਣੀਆਂ ਪੜ੍ਹੀਆਂ ਨਹੀਂ ਹੁੰਦੀਆਂ। ਠੀਕ ਹੈ, ਸੋ ਉਹ ਚੀਜ਼ ਦਾ ਧਿਆਨ ਰੱਖੋ। ਹੁਣ ਗੱਲ ਕਰਦੇ ਹਾਂ ਅਸਤੀਫੇ ਦਾ, ਜਿਹੜਾ ਕਿ ਇੰਪੋਰਟੈਂਟ ਕੁਐਸਚਨ ਬਣਦਾ ਵੀ ਹੈ। ਲੋਕ ਸਭਾ ਦਾ ਸਪੀਕਰ ਡਿਪਟੀ ਸਪੀਕਰ ਨੂੰ ਅਸਤੀਫਾ ਦਿੰਦਾ, ਡਿਪਟੀ ਸਪੀਕਰ ਸਪੀਕਰ ਨੂੰ ਦਿੰਦਾ। ਬਸ ਸਿੰਪਲ, ਆਪਸ ਦੇ ਵਿੱਚ ਆਪਣੇ ਰਿਜ਼ਾਈਨ ਨੇ ਜਿਹੜੇ ਐਕਸਚੇਂਜ ਕਰ ਦਿੰਦੇ ਨੇ। ਠੀਕ ਹੈ, ਇੱਕ ਦੂਜੇ ਨੂੰ ਦੇ ਦਿੰਦੇ ਨੇ। ਟਾਈਮ ਟੈਨਿਊਰ ਜੇ ਆਪਾਂ ਗੱਲ ਕਰੀਏ, ਕਾਰਜਕਾਲ ਦੀ ਗੱਲ ਕਰੀਏ, ਸਪੀਕਰ ਤੇ ਡਿਪਟੀ ਸਪੀਕਰ ਦੀ, ਲੋਕ ਸਭਾ ਦਾ ਕਾਰਜਕਾਲ 5 ਸਾਲ ਹੈ ਤੇ ਇਹਨਾਂ ਦਾ ਕਾਰਜਕਾਲ ਵੀ 5 ਸਾਲ ਹੀ ਰਹੂਗਾ। ਜੇ ਲੋਕ ਸਭਾ ਨਹੀਂ ਰਹੀ ਤਾਂ ਸਪੀਕਰ ਟੈਂਪਰੇਰੀ ਜਾਊ, ਫਿਰ ਦੁਬਾਰਾ ਆਊਗਾ। ਪ੍ਰੋਟਮ ਸਪੀਕਰ ਬਾਰੇ ਵੀ ਦੱਸੂਗੀ, ਰੁਕ ਜਾਓ ਜੀ, ਰੁਕ ਜਾਓ, ਸਪੀਕਰ ਪੂਰਾ ਕਰਦੇ ਆ, ਪ੍ਰੋਟਮ ਸਪੀਕਰ ਵੀ ਦੱਸੂਗੀ। ਅਗਲਾ ਪੁਆਇੰਟ ਕੀ ਹੈਗਾ ਕਿ ਜਿਹੜਾ ਸਪੀਕਰ ਆ ਉਹਦੇ ਲਈ ਮਿਨੀਮਮ ਏਜ ਕਿੰਨੀ ਹੈ? ਘੁਮਾ ਘੁਮਾ ਕੇ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ। ਸਪੀਕਰ ਲੋਕ ਸਭਾ ਦਾ MP ਹੈ, ਲੋਕ ਸਭਾ ਦੇ MP ਲਈ ਮਿਨੀਮਮ ਏਜ ਕਿੰਨੀ ਹੈ? 25 ਤੇ ਸਪੀਕਰ ਲਈ ਵੀ ਕਿੰਨੀ ਹੈ? 25। ਮੈਕਸਿਮਮ ਏਜ ਕੋਈ ਨਹੀਂ ਹੁੰਦੀ, ਮੈਕਸਿਮਮ ਏਜ ਕੋਈ ਵੀ ਨਹੀਂ ਹੁੰਦੀ ਕਿਉਂਕਿ MP ਲਈ ਮੈਕਸਿਮਮ ਏਜ ਹੁੰਦੀ ਨਹੀਂ। ਬਿਲਕੁਲ ਜੀ, 25 ਆਂਸਰ ਆਊਗਾ। ਜੇ ਆਪਾਂ ਗੱਲ ਕਰੀਏ ਸਪੀਕਰ ਤੇ ਡਿਪਟੀ ਸਪੀਕਰ ਦੀ ਲੈ ਕੇ, ਸੈਲਰੀ ਹੈ ਜਿਹੜੀ ਸਪੀਕਰ ਤੇ ਡਿਪਟੀ ਸਪੀਕਰ ਦੀ, ਉਹ ਕੰਸੋਲੀਡੇਟਡ ਫੰਡ ਚੋਂ ਦਿੱਤੀ ਜਾਂਦੀ ਹੈ, ਭਾਰਤ ਦੇ ਸੰਚਿਤ ਨਿਧੀ ਖਾਤੇ ਦੇ ਵਿੱਚੋਂ ਦਿੱਤੀ ਜਾਂਦੀ ਹੈ। ਜੇ ਆਪਾਂ ਗੱਲ ਕਰੀਏ ਰਿਮੂਵਲ ਬਿੱਲ ਦੀ, ਸਪੀਕਰ ਨੂੰ ਹਟਾਉਣ ਸੰਬੰਧੀ ਬਿੱਲ ਸਭ ਤੋਂ ਪਹਿਲਾਂ ਲੋਕ ਸਭਾ 'ਚ ਰੱਖਿਆ ਜਾਂਦਾ। ਜਿਵੇਂ ਆਪਾਂ ਪੜ੍ਹਿਆ ਸੀ ਨਾ ਕਿ ਉਪ ਰਾਸ਼ਟਰਪਤੀ ਨੂੰ ਹਟਾਉਣ ਸੰਬੰਧੀ ਬਿੱਲ ਕਿਹਦੇ ਕੋਲੇ ਜਾਊਗਾ? ਰਾਜ ਸਭਾ ਕੋਲੇ, ਕਿਉਂਕਿ ਉਪ ਰਾਸ਼ਟਰਪਤੀ ਰਾਜ ਸਭਾ ਦਾ ਚੇਅਰਪਰਸਨ ਹੈ। ਸੇਮ ਐਜ਼ ਸਪੀਕਰ ਨੂੰ ਹਟਾਉਣ ਸੰਬੰਧੀ ਬਿੱਲ ਕਿੱਥੇ ਰੱਖਿਆ ਜਾਂਦਾ ਹੈ? ਲੋਕ ਸਭਾ ਦੇ ਵਿੱਚ। ਉਪ ਰਾਸ਼ਟਰਪਤੀ ਨੂੰ ਹਟਾਉਣ ਸੰਬੰਧੀ ਕਿਹੜੀ ਮੈਜੋਰਿਟੀ ਦੀ ਜ਼ਰੂਰਤ ਹੁੰਦੀ ਸੀ? ਇਫੈਕਟਿਵ, ਕਿ ਕਿੰਨੇ ਬੰਦੇ ਪ੍ਰੈਜ਼ੈਂਟ ਨੇ ਉਹਨਾਂ ਤੇ ਆਪਾਂ ਸਿੰਪਲ ਮੈਜੋਰਿਟੀ ਲਾ ਦਾਂਗੇ। ਸੇਮ ਲੋਕ ਸਭਾ ਦੇ ਸਪੀਕਰ ਨੂੰ ਹਟਾਉਣ ਦੇ ਲਈ ਕਿਹੜੀ ਮੈਜੋਰਿਟੀ ਦੀ ਜ਼ਰੂਰਤ ਪੈਂਦੀ ਹੈ? ਇਫੈਕਟਿਵ। ਪ੍ਰੈਜ਼ੈਂਟ ਤੇ ਆਪਾਂ ਸਿੰਪਲ ਮੈਜੋਰਿਟੀ ਲਾਵਾਂਗੇ, ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਇਫੈਕਟਿਵ ਮੈਜੋਰਿਟੀ ਕਹਿ ਦਿੰਦੇ ਆ। ਸਿੰਪਲ ਹੋ ਗਿਆ। ਜੇ ਆਪਾਂ ਗੱਲ ਕਰੀਏ ਪ੍ਰੈਜ਼ੈਂਟ ਸਾਡੀ ਲੋਕ ਸਭਾ ਦੇ ਵਿੱਚ ਇਫੈਕਟਿਵ ਮੈਜੋਰਿਟੀ ਕਿੰਨੀ ਬਣਦੀ ਹੈ? 520 ਦੀ, ਕਿਉਂਕਿ 520 ਬੰਦੇ ਨੇ ਜਿਹੜੇ ਉੱਥੇ ਐਕਵਾਇਰਡ ਪੋਜੀਸ਼ਨਸ ਤੇ ਨੇ, ਬਾਕੀ ਕਈ ਰਿਜ਼ਾਈਨ ਗਏ, ਕਈਆਂ ਦੀ ਮੌਤ ਹੋ ਗਈ, ਕਿਸਮੇ ਉਹ ਚਲੇ ਗਏ। ਠੀਕ ਹੈ, ਵੈਕੈਂਟ ਪਈਆਂ ਨੇ ਬਾਕੀ ਸੀਟਾਂ ਨੇ ਜਿਹੜੀਆਂ। ਤੇ ਮੈਜੋਰਿਟੀ ਕਿੰਨੀ ਬਣਦੀ ਹੈ? 520 ਦਾ ਅੱਧ 260, 260 ਦਾ ਹਾਫ ਪਲੱਸ 1 ਵਾਲੀ ਰਿਕੁਆਇਰਮੈਂਟ ਕਿੰਨੀ ਹੈ? 261। ਇਹ ਚੀਜ਼ ਆਪਾਂ ਕਰੀ ਹੋਈ ਹੈ। ਠੀਕ ਹੈ, ਲਓ ਜੀ, ਇਹ ਚੀਜ਼ ਕਲੀਅਰ ਹੋ ਗਈ। ਹੁਣ ਗੱਲ ਕਰਦੇ ਹਾਂ ਆਪਾਂ ਪ੍ਰੋਟਮ ਸਪੀਕਰ ਦੀ, ਜਿਹੜੇ ਕਿ ਤੁਸੀਂ ਪੁੱਛ ਰਹੇ ਸੀ ਔਰ ਤੁਸੀਂ ਆਪਣੇ ਵਿਧਾਨ ਸਭਾ ਦੇ ਨਾਲ ਲਿੰਕ ਹੋਗੇ। ਵਿਧਾਨ ਸਭਾ ਦੇ ਵਿੱਚ ਵੀ ਪ੍ਰੋਟਮ ਸਪੀਕਰ ਦੀ ਜਿਹੜੀ ਪੋਜੀਸ਼ਨ ਆ ਅਪਾਇੰਟ ਕੀਤੀ ਜਾਂਦੀ ਹੈ। ਪ੍ਰੋਟਮ ਸਪੀਕਰ ਦਾ ਜ਼ਿਕਰ ਹੁੰਦਾ ਹੈਗਾ, ਪ੍ਰੋਟਮ ਨਹੀਂ ਹੁੰਦਾ, ਅਸਲ 'ਚ ਪ੍ਰੋ ਟਰਮ ਹੁੰਦਾ। ਪ੍ਰੋ ਟਰਮ, ਟਰਮ ਤੋਂ ਪਹਿਲਾਂ ਜੇ ਕੋਈ ਬੰਦਾ, ਪ੍ਰੋ ਟਰਮ
पर ਆਪਾਂ ਜਦੋਂ ਇਹਨੂੰ ਪ੍ਰੋਟਮ ਲਿਖ ਲੈਂਦੇ ਆ ਕਿਉਂਕਿ ਪੰਜਾਬੀ ਦੇ ਵਿੱਚ ਇਹਨੂੰ ਥੋੜਾ ਇਸ ਤਰੀਕੇ ਦਾ ਲਿਖਿਆ ਪ੍ਰੋਟਮ ਟਰਮ ਤੋਂ ਪਹਿਲਾਂ ਜੇ ਕੋਈ ਬੰਦਾ ਆਉਂਦਾ ਤਾਂ ਪ੍ਰੋਟਮ ਸਪੀਕਰ ਹੁੰਦਾ ਕੌਣ ਹੈ ਤੇ ਲਿਆਂਦਾ ਕਿਉਂ ਜਾਂਦਾ ਹੁਣ ਆਪਾਂ ਕੀ ਕੀਤਾ ਜਦੋਂ ਲੋਕ ਸਭਾ ਦਾ ਕਰੰਟ ਵੋਟਾਂ ਤੋਂ ਬਾਅਦ ਪਹਿਲਾ ਸੈਸ਼ਨ ਬੈਠੂਗਾ ਫੇਰ ਹੀ ਉਹ ਬੰਦੇ ਬੈਠ ਕੇ ਸਿਲੈਕਸ਼ਨ ਕਰਨਗੇ ਸਪੀਕਰ ਦੀ ਜਿੰਨਾ ਸਮਾਂ ਲੋਕ ਸਭਾ ਸਪੀਕਰ ਦੀ ਚੋਣ ਨਹੀਂ ਕਰਦਾ ਉਹਨਾਂ ਸਮਾਂ ਟੈਂਪਰੇਰੀ ਤੌਰ ਤੇ ਕਿਹੜਾ ਸਪੀਕਰ ਚੁਣਿਆ ਜਾਂਦਾ ਪ੍ਰੋਟਮ मतलब ਉਹਦਾ ਕੁਝ ਨਹੀਂ ਕੰਮ ਹੁੰਦਾ ਉਹਨੇ ਸਪੀਕਰ ਦੀ ਜਗ੍ਹਾ ਤੇ ਬੈਠਣਾ ਸਪੀਕਰ ਦੀ ਚੋਣ ਕਰਵਾ ਦੇਣੀ ਹੈ ਫਿਰ ਉਹ ਚਲਾ ਜਾਂਦਾ ਸੋ ਦੈਟਸ ਇਟ ਔਰ ਪ੍ਰੋਟਮ ਸਪੀਕਰ ਵੀ ਲੋਕ ਸਭਾ ਦਾ ਐਮਪੀ ਹੁੰਦਾ ਬਾਹਰੋਂ ਕੋਈ ਨਹੀਂ ਹੁੰਦਾ ਕਿਸੇ ਵੀ ਸੀਨੀਅਰ ਬੰਦੇ ਨੂੰ ਰਾਸ਼ਟਰਪਤੀ ਆਦੀ ਮਰਜ਼ੀ ਦੇ ਨਾਲ ਪ੍ਰੋਟਮ ਸਪੀਕਰ ਅਪਾਇੰਟ ਕਰ ਲੈਂਦਾ ਹੈ ਕਿਹਦੀ ਮਰਜ਼ੀ ਨਾਲ ਚੁਣਦਾ ਹੈ ਰਾਸ਼ਟਰਪਤੀ ਦੀ ਥੋੜੀ ਜਿਹੀ ਮਰਜ਼ੀ ਇੱਥੇ ਲਈ ਜਾਂਦੀ ਹੈ ਰਾਸ਼ਟਰਪਤੀ ਨੂੰ ਲਿਆਉਂਦਾ ਤੇ ਰਾਸ਼ਟਰਪਤੀ ਨੂੰ ਡਿਸੋਲਵ ਕਰ ਦਿੰਦਾ मतलब हटा दिंदा भी चलो भाई स्पीकर डिप्टी स्पीकर चुनेंगे हुण तुसीं जाओ ठीक है ਇਹਦਾ सेम चीज ਇਹਦੀ अपॉइंटमेंट ਇਹਦਾ रिमूवल ਇਹਦਾ रिजाइन ਇਹਦੀ ओथ प्रेजिडेंट कराउंदा हैगा होर कुछ नहीं हैगा सिंपल जिहा क्वेश्चन ਹੁਣ ਜੇ ਆਪਾਂ ਗੱਲ ਕਰੀਏ ਸਾਨੂੰ ਕੁਛ ਨਾ ਕੁਛ ਮਿਸਲੇਨੀਅਸ ਪੁਆਇੰਟ ਪੁੱਛੇ ਜਾਂਦੇ ਨੇ ਸਾਡਾ ਪਹਿਲਾ ਸਪੀਕਰ ਕੌਣ ਸੀ ਸਾਡਾ ਪਹਿਲਾ ਡਿਪਟੀ ਸਪੀਕਰ ਕੌਣ ਸੀ ਰਮਨ ਉਹਦੇ ਸਾਹਮਣੇ ਪ੍ਰੋਟਮ ਸਪੀਕਰ ਦੇ ਸਾਹਮਣੇ ਕਿਉਂਕਿ ਡੈਫੀਨੇਟਲੀ ਜਿਸ ਦਿਨ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਬੁਲਾ ਕੇ ਸਾਰੇ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸਾਰੇ ਮੰਤਰੀਆਂ ਨੂੰ ਜਦੋਂ ਸਹੁੰ ਚੁਕਾਈ ਗਈ ਉਦੋਂ ਉਸ ਕੁਰਸੀ ਤੇ ਕੋਈ ਬੈਠੇ ਹੋਣਾ ਜ਼ਰੂਰੀ ਸੀ ਜਿਹੜੀ ਸਪੀਕਰ ਦੀ ਹੈ ਉਹ ਪ੍ਰੋਟਮ ਸਪੀਕਰ ਬੈਠਾ ਸੀ ਤਾਂ ਕਰਕੇ ਆਪਾਂ ਕਹਿੰਦੇ ਨੇ ਕਿ ਉਹਦੇ ਸਾਹਮਣੇ ਸਹੁੰ ਚੁੱਕੀ ਗਈ ਹੈ ਅਦਰਵਾਈਜ਼ ਤੁਸੀਂ ਕਦੇ ਵੀ ਪ੍ਰਬੰਧ ਨਹੀਂ ਦੇਖਦੇ ਕਿ ਸਪੀਕਰ ਦੇ ਸਾਹਮਣੇ ਨਹੀਂ ਸਹੁੰ ਚੁੱਕਦੇ ਹੁੰਦੇ ਕਦੇ ਵੀ ਜਿਹਦਾ ਮੁੱਖ ਮੰਤਰੀ ਹੁੰਦਾ ਤੇ ਜਾਂ ਕੌਣ ਹੁੰਦਾ ਰਾਜਪਾਲ ਹੁੰਦਾ ਸਪੀਕਰ ਦੀ ਤਾਂ ਕੋਈ ਅਥਾਰਟੀ ਨਹੀਂ ਸਹੁੰ ਚੁਕਾਉਣ ਦੀ ਨਾ ਉਹ ਬੈਠਾ ਹੁੰਦਾ ਸਿਰਫ ਉਸ ਚੇਅਰ ਦੇ ਉੱਪਰ ਕਿਉਂਕਿ ਚੇਅਰ ਵੈਕੈਂਟ ਨਹੀਂ ਹੁੰਦੀ ਉਦੋਂ ਜੇ ਆਪਾਂ ਗੱਲ ਕਰੀਏ ਸਾਡੇ ਦੇਸ਼ ਦਾ ਪਹਿਲਾ ਸਪੀਕਰ ਕੌਣ ਸੀ ਇਹੋ ਜਿਹੇ ਕੁਐਸਚਨ ਪੁੱਛ ਲੈਂਦੇ ਜੀ ਤੁਹਾਨੂੰ ਪਹਿਲਾ ਸਪੀਕਰ ਜੀ.ਵੀ. ਮਵਲਾਂਕਰ इंपॉर्टेंट है मवलांकर याद रखोगे प्रेजेंट स्पीकर साडी लोक सभा का कौन है जी ओम बिरला बीजेपी तो आती है पहली विमेन स्पीकर कौन है बड़ा क्वेश्चन पूछा जाता है पहली महिला स्पीकर कौन रही है साडी केड़ी भाई मीरा कुमार तीन क्वेश्चन स्पीकर दे नाल संबंधित अक्सर तुहानूं एग्जामिनर पूछ लैंदा है जे आपां गल करिए इस तो बाद इहनूं लिख लो जे आपां गल करिए इस तो बाद पहले डिप्टी स्पीकर दी पहला डिप्टी स्पीकर आही बंदा सी कौन सी कि कोई होर सी दसो जल्दी जल्दी डिप्टी स्पीकर होर सी कोई एक बंदा दो पोजीशन ते किवें आ सकदा है डिप्टी स्पीकर सीगा आयंगर पहला आयंगर ठीक है जी जे आप गल करिए पहले प्रोटम स्पीकर की ये जी.वी. मवलांकर सीगा ठीक है पहला प्रोटम स्पीकर मतलब जिन्हों प्रोटम बनाया से अगे जाके उन्होंने सारे की सहमति नाल की बनाता स्पीकर प्रोटम कैन बी अ स्पीकर प्रोटम स्पीकर कैन बी अ स्पीकर ठीक है इस कोई दो राय नहीं ये नहीं हैगा भी हो नहीं सकता ठीक है 17वीं लोक सभा दे विच प्रोटम स्पीकर किहनूं बनाया गया सी वरिंदर कुमार नूं ਇਹ याद रखना बीजेपी पार्टी दे सी वीरेंद्र कुमार एमपी वीरेंद्र कुमार लो भाई ये लोक सभा संसद स्पीकर डिप्टी स्पीकर है ही नहीं कोई ठीक है प्रेजेंट कोई भी डिप्टी स्पीकर नहीं है ठीक है।